27 ਨਵੰਬਰ ਸਨਿਚਰਵਾਰ ਦਾ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਆਪ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੇਸ਼ ਪ੍ਰਦੇਸ਼ ਟੀਵੀ ਦਾ ਵਿਜ਼ਨ ਟੀਵੀ ਦੇ ਉੱਤੇ ਆਖਰੀ ਪ੍ਰੋਗਰਾਮ ਹੈ। 29 ਸਾਲ ਦਾ ਸਫ਼ਰ ਸਮਾਪਤ ਹੋਣ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਸਪੈਸ਼ਲ ਪ੍ਰੋਗਰਾਮ ਰਹੇਗਾ ਜਿਸ ਵਿੱਚ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕਰਾਂਗੇ। ਹਰਜਿੰਦਰ ਸਿੰਘ ਥਿੰਦ ਵੀ ਸ਼ਾਮਲ ਹੋਣਗੇ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਰੈੱਡ FM ਤੇ ਹੋਈ ਰੇਡੀਓਥੌਨ ਦੀਆਂ ਝਲਕੀਆਂ ਹਾਜ਼ਰ ਹਨ। सब बंदे अवले अल्लाह नूर अवले अल्लाह नूर पाया कुदरत के सब बंदे अवले अल्लाह सब बंदे अवले अल्लाह नूर अवले अल्लाह नूर परम न भूलो पाए परम न भूलो भाई परम न भूलो भाई लोग परम न भूलो पाए कालक मैं कालक दूर रहा सब जाए दूर रहा सब जाए खालक 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 मैं खालक 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 मैं खालक दूर रहा सब जाए अवले अल्लाह के सब बंदे अवले अल्लाह नूर अवले अल्लाह नूर
एक अनेक पांत कर साजी साजन हारे साजी साजन हारे ना कछ बोझ माटी के पांडे ना कछ बोझ कुमारे ना कछ बोझ कुमारे ना कछ बोझ माटी के पांडे नाकस बोझ माटी के पांडे नाकस बोझ कुम्हारे अवल अल्लाह नूर उपाय अवल अल्लाह नूर उपाय कुदरत के सब बंदे कुदरत के सब बंदे अवल अल्लाह नूर उपाय अवल अल्लाह ਰੈਡ ਐਫਐਮ ਵੱਲੋਂ ਅੱਜ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਇਸ ਆਗਮਨ ਪੁਰਬ ਦੇ ਉੱਤੇ ਰੇਡੀਓਥਾਨ ਕੀਤਾ ਗਿਆ ਹੈ, ਉਸ ਦੇ ਲਈ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਸਾਡੇ ਸੁਣਨ ਵਾਲੇ ਨੇ ਜਿਹੜੇ ਸਰੋਤੇ ਨੇ ਉਹਨਾਂ ਦਾ ਧੰਨਵਾਦ। ਅਤੇ ਮੇਰੇ ਨਾਲ ਕੁਲਵਿੰਦਰ ਸੰਘੇੜਾ ਜੀ ਅਤੇ ਸਾਡਾ ਸਾਰਾ ਸਟਾਫ ਇੱਥੇ ਹਾਜ਼ਰ ਹੈ। ਸਾਡੇ ਪ੍ਰੈਜ਼ੀਡੈਂਟ ਅਤੇ CEO ਕੁਲਵਿੰਦਰ ਸੰਘੇੜਾ ਅਗਲੀ ਗੱਲਬਾਤ ਦੱਸਣਗੇ। ਸਭ ਤੋਂ ਪਹਿਲਾਂ ਅੱਜ ਬਹੁਤ ਬਿਜ਼ੀ ਰਿਹਾ, ਜਿੰਨੇ ਵੀ ਰੇਡੀਓਥਾਨ ਹੋਏ ਆ ਸਭ ਤੋਂ ਜ਼ਿਆਦਾ ਇਸ ਵਾਰ ਰਸ਼ ਪਿਆ। ਤਾਂ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਤਕੀ ਦਿਲ ਖੋਲ੍ਹ ਕੇ ਦਾਨ ਦਿੱਤਾ। ਹਮੇਸ਼ਾ ਦੀ ਤਰ੍ਹਾਂ ਰੈਡ FM ਦੀ ਟੀਮ ਨੇ ਅੱਜ ਬਹੁਤ ਕੀਤਾ ਅਤੇ ਵਾਲੰਟੀਅਰ ਸਾਡੇ 14 ਸਾਲ ਹੋ ਗਏ ਸਾਰੇ ਸਾਡੇ ਵਾਲੰਟੀਅਰਸ ਮੈਜੋਰਟੀ ਆਫ ਵਾਲੰਟੀਅਰ ਸੇਮ ਰੋਜ਼ ਹਰੇਕ ਵਾਰੀ ਸੁਬਾਹ 6 ਵਜੇ ਤੋਂ ਲੈ ਕੇ ਅਤੇ ਹੁਣ ਟਾਈਮ ਮੈਨੂੰ ਪਤਾ ਨਹੀਂ ਕਿੰਨਾ ਹੋ ਗਿਆ 10 ਵੱਜ ਗਏ। ਸੋ ਇੰਨੇ ਘੰਟੇ ਹੋ ਗਏ ਸਾਰੇ ਸਟਾਫ ਨੂੰ ਅਤੇ ਵਾਲੰਟੀਅਰਸ ਨੂੰ ਕੰਮ ਕਰਦੇ ਸਾਰਿਆਂ ਦਾ ਧੰਨਵਾਦ ਕਰਦੇ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਰੈਡ FM ਨੇ ਅੱਜ 2 ਕਾਜ਼ਸ ਮੇਨ ਵਾਸਤੇ ਪੈਸੇ ਰੇਜ਼ ਕੀਤੇ। ਕੈਲਗਰੀ ਦੇ ਵਿੱਚ ਸੀਗਾ ਵੂਮਨ ਸ਼ੈਲਟਰਸ ਵਾਸਤੇ, ਤਾਂ ਇੱਥੇ ਫਲੱਡ ਰਿਲੀਫ ਵਾਸਤੇ ਲੋਕਲ ਰੈੱਡ ਕਰਾਸ ਕੈਨੇਡਾ ਦੇ। ਪਰ ਕੱਲ੍ਹ ਤੱਕ ਅਸੀਂ ਫਾਊਂਡੇਸ਼ਨ ਦੀ ਪ੍ਰਮੋਸ਼ਨ 2 ਵੀਕਾਂ ਦੀ ਚੱਲ ਰਹੀ ਸੀ, ਉਹਨਾਂ 2 ਹਫ਼ਤਿਆਂ ਦੇ ਵਿੱਚ ਵੀ ਸਾਨੂੰ ਡੋਨੇਸ਼ਨਸ ਆਏ ਨੇ। ਹਸਪੀਟਲ ਵਾਸਤੇ ਵੀ ਡੋਨੇਸ਼ਨ ਆਏ ਨੇ, ਜਿਹੜਾ ਟੋਟਲ ਡੋਨੇਸ਼ਨ ਤੇ 3 ਕਾਜ਼ਸ ਦੇ ਰਲਾ ਕੇ ਹੁਣ ਇਕੱਠਾ ਹੋਇਆ $1,975,000। ਇੱਕ ਪੁਰਾਣੇ ਐਕਸਪੀਰੀਅੰਸ ਤੋਂ ਤੁਸੀਂ ਇਹ ਵੀ ਸ਼ੇਅਰ ਕਰ ਸਕਦੇ ਆ ਕਿ ਇਹ 2 ਮਿਲੀਅਨ ਹੀ ਸਮਝੋ ਕਿ ਇਸ ਕੱਲ੍ਹ ਤੱਕ ਜਿਹੜਾ ਪੇ ਲੇਟਰ 'ਤੇ ਜਾਂ ਜਿਹੜੇ ਬੰਦੇ ਮਿਸ ਕਰ ਜਾਂਦੇ ਉਹ ਦੇ ਕੇ ਜਾਣਗੇ। ਰੈੱਡ FM ਦੀ ਹਿਸਟਰੀ ਦਾ ਸਭ ਤੋਂ ਵੱਡਾ ਰੇਡੀਓਥਾਨ ਸੀ ਅੱਜ, ਜਿਹੜਾ ਕਿ ਟੋਟਲ ਮਿਲਾ ਕੇ 3 ਥਾਵਾਂ ਤੋਂ ਸਾਨੂੰ $2 ਮਿਲੀਅਨ ਦਾ ਅੱਜ ਕਮਿਊਨਿਟੀ ਦੇ ਕੰਮਾਂ ਵਾਸਤੇ ਦਾਨ ਦਿੱਤਾ। ਸਾਰਿਆਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਇਸ ਦੇ ਵਿੱਚੋਂ ਆਲਮੋਸਟ $9,40,940,000 ਰੈੱਡ ਕਰਾਸ ਨੂੰ ਜਾਊਗਾ। ਬਾਕੀ ਜਿਹੜਾ ਹੋਇਆ ਕਿ ਵੂਮਨ ਸ਼ੈਲਟਰ ਦੇ ਸਾਰੀ ਹਸਪੀਟਲ ਦੇ ਵਿੱਚ ਡਿਵਾਈਡ ਕੀਤਾ ਜਾਵੇਗਾ। ਕੁਲਵਿੰਦਰ, ਇੱਕ ਇਹ ਵੀ ਚੀਜ਼ ਦੇਖਣ ਨੂੰ ਮਿਲੀ ਹੈ ਨਾ ਕਿ ਰੈੱਡ FM ਦਾ ਜਿਹੜਾ ਲਿਸਨਰਸ ਦਾ ਦਾਇਰਾ ਹੈ ਅਤੇ ਜਿਹੜਾ ਰਿਸਪੌਂਸ ਦਾ ਦਾਇਰਾ ਹੈ ਇਸ ਪੁਰਬ ਦੇ ਉੱਤੇ ਆਪਾਂ ਨੂੰ ਅਲਬਰਟਾ ਦੇ ਵਿੱਚੋਂ, ਓਨਟੇਰੀਓ ਦੇ ਵਿੱਚੋਂ, US ਦੇ ਵਿੱਚੋਂ, ਮੈਨੀਟੋਬਾ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਸੀ ਜੀ ਅੱਜ ਜਿਹੜੀ ਦਾਨੀਆਂ ਨੇ ਦਾਨ ਦਿੱਤਾ ਆ। ਸੋ ਇਹੀ ਆਪਾਂ ਕਹਿੰਦੇ ਹਾਂ ਕਿ ਜਿਹੜੇ ਦਾਨੀਆਂ ਦੀ ਗਿਣਤੀ ਹੈਗੀ ਆ, ਨੰਬਰ ਆਫ ਡੋਨਰਸ ਆ, ਇਹ ਬਹੁਤ ਇਨਕਰੀਜ਼ ਹੋਇਆ ਜੀ। ਅੱਜ ਜੇ ਤੁਸੀਂ ਸੁਬਾਹ ਹੁੰਦੇ, ਬਾਕੀ ਕਹਿ ਸਕਦੇ ਐਪ ਦੇ ਥਰੂ ਲੋਕੀ ਬਹੁਤ ਲਿਸਨ ਕਰਦੇ ਸੀ। ਜਿਹੜੇ ਸੁਬਾਹ ਕੈਲੀਫੋਰਨੀਆ ਤੋਂ ਆਏ, ਸੁਬਾਹ ਮਾਰਨਿੰਗ ਟਰੱਕ ਡਰਾਈਵਰ ਚਲਾ ਰਹੇ ਸੀ। ਅਤੇ ਜਦੋਂ ਅਸੀਂ ਨਾਂ ਪੜ੍ਹਦੇ ਸੀ ਤਾਂ ਅਮਰੀਕਾ ਦੇ ਸ਼ਹਿਰਾਂ ਦੇ ਨਾਂ ਬਹੁਤ ਸੁਣਨ ਨੂੰ ਪਹਿਲੋਂ ਮਿਲੇ। ਭਾਜੀ ਨੇ ਵੀ ਪੜ੍ਹੇ ਆ ਕਿ ਫਿਰ ਪਤਾ ਲੱਗਦਾ ਕਿ ਉਹ ਆਪਾਂ ਨੂੰ ਨਾ ਐਪ ਦੇ ਥਰੂ ਸੁਣਦੇ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਰੇ ਜਿਨ੍ਹਾਂ ਨੇ ਵੀ ਡੋਨੇਸ਼ਨ ਦਿੱਤੀ ਉਹਨਾਂ ਸਾਰਿਆਂ ਦਾ ਈਚ ਦਾ ਬਹੁਤ ਬਹੁਤ ਧੰਨਵਾਦ ਜੀ। ਵਧਾਈਆਂ ਜੀ ਸਾਰਿਆਂ ਨੂੰ।
ਰੈਡ ਐਫਐਮ ਦੇ ਸਰੋਤਿਆਂ ਵੱਲੋਂ ਗੁਰਪੁਰਬ ਦੇ ਮੌਕੇ ਤੇ ਦਿੱਤੇ ਸਹਿਯੋਗ ਨੇ ਇੱਕ ਵਾਰੀ ਫਿਰ ਨਵਾਂ ਰਿਕਾਰਡ ਬਣਾ ਦਿੱਤਾ। ਇਸ ਵਾਰ ਦਾਨੀਆਂ ਨੇ $21 ਲੱਖ ਤੋਂ ਵੀ ਵੱਧ ਦਾਨ ਇਕੱਤਰ ਕੀਤਾ, ਜਿਸ ਦੇ ਵਿੱਚ BC ਦੇ ਹੜ੍ਹ ਪੀੜਤਾਂ ਲਈ ਲਗਭਗ $10 ਲੱਖ, ਸਰੀ ਹਸਪਤਾਲ ਲਈ $3 ਲੱਖ ਤੋਂ ਵੱਧ ਤੇ ਕੈਲਗਰੀ ਦੇ ਮਾਤਾ ਸਾਹਿਬ ਕੌਰ ਜੀ ਦੇ ਨਾਂ ਤੇ ਬਣਨ ਵਾਲੇ ਵਿਮਨ ਐਂਡ ਚਿਲਡਰਨ ਸ਼ੈਲਟਰ ਦੇ ਵਾਸਤੇ $7 ਲੱਖ ਤੋਂ ਵੀ ਵੱਧ ਇਕੱਤਰ ਹੋਏ ਤੇ ਪ੍ਰੋਗਰਾਮ ਰਿਕਾਰਡ ਹੋਣ ਤੱਕ ਅਜੇ ਵੀ ਦਾਨ ਆ ਰਹੇ ਸਨ। ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰੀ ਅਤੇ ਕੈਲਗਰੀ ਤੋਂ ਇਲਾਵਾ ਬਰੈਂਪਟਨ ਦੇ ਰੈਡ ਐਫਐਮ ਤੇ ਵੀ ਇਹ ਰੇਡੀਓਥੌਨ ਹੋਵੇ ਤਾਂ ਕਮਿਊਨਿਟੀ ਦਾ ਨਾਂ ਹੋਰ ਵੀ ਰੌਸ਼ਨ ਹੋਵੇਗਾ। ਅਸੀਂ ਸਮੁੱਚੀ ਕਮਿਊਨਿਟੀ ਦੇ ਇਸ ਸਹਿਯੋਗ ਲਈ ਅਤੇ ਭਰੋਸੇ ਦੇ ਵਾਸਤੇ ਤਹਿ ਦਿਲ ਤੋਂ ਧੰਨਵਾਦੀ ਹਾਂ ਤੇ ਸਭ ਨੂੰ ਵਧਾਈ ਦਿੰਦੇ ਹਾਂ। ਗੁਰਪੁਰਬ ਦੇ ਮੌਕੇ ਤੇ ਜਿੱਥੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਸੀ, ਸ਼ਰਧਾ ਸੀ, ਉਸੇ ਮੌਕੇ ਤੇ ਕਿਸਾਨੀ ਸੰਘਰਸ਼ ਤੇ ਕਿਸਾਨਾਂ ਦੀ ਜਿੱਤ ਦੀ ਖਬਰ ਨਾਲ ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। 1 ਸਾਲ ਤੋਂ ਟੱਪ ਚੁੱਕੇ ਇਸ ਸੰਘਰਸ਼ ਦੇ ਵਿੱਚ ਸੈਂਕੜੇ ਕਿਸਾਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਬਹੁਤ ਔਖੇ ਪੜਾਵਾਂ ਦੇ ਵਿੱਚੋਂ ਸੰਘਰਸ਼ ਲੰਘਿਆ। ਜਜ਼ਬੇ ਅਤੇ ਰੋਹ ਦੇ ਅੱਗੇ ਕਿਸੇ ਤੂਫਾਨ ਦੀ ਵੀ ਕੋਈ ਪੇਸ਼ ਨਾ ਗਈ, ਸਗੋਂ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕੀਤਾ, ਜਿਸ ਨਾਲ ਸੰਘਰਸ਼ ਦਿਨ ਪਰ ਦਿਨ ਮਜ਼ਬੂਤ ਹੁੰਦਾ ਗਿਆ। ਅੜੀਅਲ ਅਤੇ ਨਾ ਝੁਕਣ ਵਾਲੀ ਸਰਕਾਰ ਨੂੰ ਮੁੜਨਾ ਪਿਆ। ਉਮੀਦ ਹੈ 2-4 ਦਿਨਾਂ ਦੇ ਵਿੱਚ ਇਹ ਬਿੱਲ ਪਾਰਲੀਮੈਂਟ ਦੇ ਵਿੱਚ ਵੀ ਰੱਦ ਹੋ ਜਾਣਗੇ ਤੇ ਬਾਕੀ ਮੰਗਾਂ ਵੀ ਮੰਨ ਲਈਆਂ ਜਾਣਗੀਆਂ। ਫਿਰ ਹੀ ਕਿਸਾਨ ਘਰਾਂ ਨੂੰ ਪਰਤਣਗੇ। ਸੰਘਰਸ਼ ਦਿੱਲੀ ਦੇ ਬਾਰਡਰਾਂ ਤੇ ਭਾਵੇਂ ਖਤਮ ਹੋ ਜਾਵੇਗਾ, ਪਰ ਹੁਣ ਲੋਕਾਂ ਨੂੰ ਜਗਾ ਕੇ ਰੱਖਣਾ ਹੋਵੇਗਾ ਤਾਂ ਕਿ ਅੱਗੇ ਤੋਂ ਲੋਕ ਧੋਖੇਬਾਜ਼ ਸਿਆਸੀ ਆਗੂਆਂ ਦੀਆਂ ਲੂੰਬੜ ਚਾਲਾਂ ਤੋਂ ਬਚ ਸਕਣ, ਉਹਨਾਂ ਨੂੰ ਸਵਾਲ ਪੁੱਛਣ ਦੀ ਜ਼ਰੂਰਤ ਰੱਖਣ ਅਤੇ ਆਪਣੇ ਹੱਕਾਂ ਲਈ ਸੁਚੇਤ ਰਹਿਣ। ਇਹ ਪੂਰਾ ਇੰਨਾ ਵੱਡਾ ਜਿਹੜਾ ਸੰਘਰਸ਼ ਸੀਗਾ, ਬਹੁਤ ਔਖੀਆਂ ਘੜੀਆਂ ਆਈਆਂ, ਭਾਵੇਂ ਉਹ 26 ਨਵੰਬਰ ਹੋਵੇ ਜਦੋਂ ਸ਼ੰਭੂ ਬਾਰਡਰ ਦੇ ਬੈਰੀਕੇਡ ਤੋੜਨੇ ਸੀਗੇ, ਭਾਵੇਂ ਉਹ 26 ਜਨਵਰੀ ਰਹੀ ਹੋਵੇ। ਇਹ ਔਖੀ ਘੜੀਆਂ ਤੋਂ ਬਾਅਦ ਅੱਜ ਇੱਕ ਇੰਨੀ ਚੰਗੀ ਘੜੀ ਵੀ ਆਈ ਜਿਸ ਵਕਤ ਜਿਹੜੇ ਹੱਠੀ ਇਨਸਾਨ ਨੇ ਆਪਣੀ ਹੱਠ ਨੂੰ ਮੋੜ ਕੇ ਗੱਲ ਇਹ ਕਹਿਤੀ ਕਿ 3 ਖੇਤੀ ਕਾਨੂੰਨ ਵਾਪਸ ਲੈ ਲੂੰਗਾ। ਕਿਸ ਤਰੀਕੇ ਨਾਲ ਦੇਖਦੇ ਹੋ ਸਾਰੇ ਸੰਘਰਸ਼ ਨੂੰ? ਲੜਨ ਵਾਲੇ ਲੋਕਾਂ ਨੂੰ ਕਦੇ ਵਾਸਤੇ ਕੋਈ ਤਕਲੀਫ ਨਹੀਂ ਹੁੰਦੀ। ਸਾਡੀਆਂ 10 ਪਾਤਸ਼ਾਹੀਆਂ ਦੀ ਗੱਲ ਦੇਖ ਲਈਏ, ਚਾਚਾ ਅਜੀਤ ਸਿੰਘ ਦੀ ਦੇਖ ਲਈਏ, ਸਰਦਾਰ ਭਗਤ ਸਿੰਘ ਦੀ ਦੇਖ ਲਈਏ, ਜਿਹੜੇ ਸਾਡੇ ਜੇਕੇ ਦੇ ਰਹਿਬਰ ਨੇ, ਜਿਨ੍ਹਾਂ ਦੀ ਅਸੀਂ ਪ੍ਰੇਰਿਤ ਚੱਲਦੇ ਹਾਂ, ਉਹਨਾਂ ਨੇ ਸੰਘਰਸ਼ਾਂ ਦੇ ਵਿੱਚ ਕਦੇ ਤਕਲੀਫ ਨਹੀਂ, ਅਸੀਂ ਵੀ ਉਹਨਾਂ ਵਾਂਗੂ ਤਕਲੀਫ ਨਹੀਂ ਮੰਨਦੇ। ਜਿਹੜੇ 3 ਕਾਨੂੰਨ ਇੱਕ ਤਰ੍ਹਾਂ ਦਾ ਐਲਾਨ ਕਰਿਆ ਹੈ, ਜੇ ਐਲਾਨ ਹੀ ਕਰਿਆ ਨਾ, ਹਜੇ ਰੱਦ ਨਹੀਂ ਕਰੇ, ਵੀ ਕਰਨਗੇ ਪਾਰਲੀਮੈਂਟ ਜਲਾਸ ਸੱਦ ਕੇ। ਇਹ ਇੱਕ ਲੜਨ ਵਾਲੇ ਲੋਕਾਂ ਦੀ ਜਿੱਤ ਆ, ਚਾਹੇ ਕੋਈ ਵੀ ਕਿੱਤੇ ਨਾਲ ਜਿਹੜਾ ਜੁੜਿਆ ਲੋਕ ਹੈ, ਇੱਕ ਲੋਕ, ਕਿਸਾਨ, ਮਜ਼ਦੂਰ, ਮੁਲਾਜ਼ਮ, ਬਾਹਰ ਬੈਠੇ ਸਾਡੇ ਲੋਕ ਜਿਨ੍ਹਾਂ ਨੇ ਸਾਨੂੰ ਪੈਸਾ ਭੇਜਿਆ ਹੈਗਾ, ਮਤਲਬ ਪ੍ਰੈਸ, ਉਹਨਾਂ ਲੋਕਾਂ ਦੀ ਜਿੱਤ ਹੈ ਇਹ। ਮਤਲਬ ਆਪਣਾ ਇਹ ਸਾਡਾ ਇੱਕ ਜਨ ਅੰਦੋਲਨ ਹੈ, ਜਨ ਅੰਦੋਲਨ ਦੀ ਜਿੱਤ ਹੋਈ ਹੈ। ਮੋਦੀ ਸਰਕਾਰ ਕਾਰਪੋਰੇਟ ਦੀ ਬਹੁਤ ਜ਼ਿਆਦਾ ਥੱਲੇ ਲੱਗੀ ਸਰਕਾਰ ਹੈ, तो ਕਾਰਪੋਰੇਟਸ ਟਿਕ ਕੇ ਨਹੀਂ ਬੈਠਣਗੇ। ਉਹ ਤਾਂ ਟੋਟਲ ਕਾਰਪੋਰੇਟਾਈਜੇਸ਼ਨ ਚਾਹੁੰਦੇ ਨੇ ਹਿੰਦੁਸਤਾਨ ਵਿੱਚ, ਤੇ ਸਾਡੀ ਲੜਾਈ ਉਹਨਾਂ ਨਾਲ ਹੈ। तो ਮੋਦੀ ਸਰਕਾਰ ਉਹਨਾਂ ਦੇ ਮੋਹਰੇ ਨੇ, ਇਸ ਕਰਕੇ ਸਾਨੂੰ ਸੰਘਰਸ਼ ਵਾਸਤੇ ਤਾਂ ਤਿਆਰ ਰਹਿਣਾ ਪਏਗਾ। ਪਰ ਹਾਲੇ ਬਹੁਤ ਕੁਝ ਬਾਕੀ ਹੈ। ਹਾਲੇ MSP ਦੇ ਉੱਤੇ ਸਾਡੀ ਤਸੱਲੀ ਨਹੀਂ। ਜਿਹੜੇ ਕੇਸ ਰਜਿਸਟਰ ਹੋਏ ਸਾਡੇ, ਉਹਨਾਂ ਤੇ ਕੀ ਹੋਏਗਾ, ਤੇ ਜਿਹੜੇ ਸ਼ਹੀਦ ਹੋਏ ਕਿਸਾਨ, ਉਹਨਾਂ ਦੇ ਪੁਨਰਵਾਸ ਲਈ ਕੀ ਹੋਏਗਾ, ਇਹਦੇ ਤੇ ਸਰਕਾਰ ਚੁੱਪ ਹੈ। ਜਿੰਨੀ ਦੇਰ ਤੱਕ ਉਹਨਾਂ ਤੇ ਗੱਲ नहीं ਹੁੰਦੀ, ਉਸੇ तरह अंदोलन चलता रहेगा। ठीक है, उन्होंने अच्छा किया, 3 कानून वापस ले लिए, रिपील करने का अनाउंसमेंट कर दिया। वो भी हमारे सब लोगों का ये है कि वो देखेंगे पार्लियामेंट सेशन में, अगर उसके ऊपर आएगा, उससे पहले बाकी डिमांड्स के ऊपर कोई बातचीत होती है, वो तमाम चीज़ों के ऊपर कैसे हमारा रेजोल्यूशन होता है, तब तक जब तक हमारी सेटिस्फेक्शन नहीं होगी, आंदोलन जारी रहेगा। इकल्ली कंगना नहीं, होर बथेरे ने जिन्हों ने पूरे साल दौरान बड़ा कुछ इत्थे प्रापे गंडा किया, निंदिया भंडिया। कोई गल नहीं, चलता रहिंदा। पर मैं कहना चाहुंदा सी कि इत्थे किसी के योगदान तुसीं घटा के नहीं देख सकते। और योगदान सब तो वड्डा योगदान तो साडे वो पा गए जिहड़े चले गए 700 के करीब। फिर इस तो इलावा इत्थे जिन्ने साडे बजुर्ग बैठे ने, आ देखो इन्हां दा श्रैड देखो, 70-80 साल ਦੀਆਂ ਉਮਰਾਂ, 90-90 ਸਾਲ ਦੀਆਂ ਉਮਰਾਂ ਸਾਡੀਆਂ ਮਾਵਾਂ ਦੀਆਂ, ਸਾਡੀਆਂ ਭੈਣਾਂ ਨੇ ਯੋਗਦਾਨ ਪਾਇਆ। ਉਹ ਸਾਲ ਹੋ ਗਿਆ ਜਿਹਦੇ ਵਿੱਚ ਮਤਲਬ ਵੀ 1-2 ਵਾਰੀ ਪਿੰਡ ਗਏ ਹੋਣੇ ਆ ਉਹ ਲੋਕ। ਲਗਾਤਾਰ ਗਰਮੀ, ਠੰਡ, ਮੀਂਹ, ਹਨੇਰੀਆਂ, ਝੱਖੜ ਇੱਥੇ ਹੀ ਹੰਢਾਏ, ਸਾਰਾ ਕੁਝ ਆਪਣੇ ਪਿੰਡੇ ਤੇ ਹੰਢਾਇਆ। ਤਾਂ ਬਹੁਤ ਵੱਡੀ ਇਹ ਉਹਨਾਂ ਲੋਕਾਂ ਦੀ ਵੀ ਮਤਲਬ ਕਿ ਕੁਰਬਾਨੀ ਆ। ਨਾਲ ਉਹ ਲੋਕ ਜਿਹੜੇ
ਲਗਾਤਾਰ ਇੱਥੇ ਲੰਗਰਾਂ ਦਾ ਪ੍ਰਬੰਧ, ਬਾਹਰਲੇ ਮੁਲਕਾਂ 'ਚ ਬੈਠੇ ਲੋਕ ਜਿਹੜੇ ਲਗਾਤਾਰ ਉਧਰੋਂ ਇੱਥੋਂ ਪਿੰਡਾਂ ਨੂੰ ਇਹ ਸੁਨੇਹੇ ਦਿੰਦੇ ਸੀ ਵੀ ਆਹ ਲਓ ਭਾਈ ਅਸੀਂ ਪੈਸੇ ਭੇਜਦੇ ਹਾਂ, ਤੁਸੀਂ ਪਵਾਓ ਤੇਲ ਟਰੈਕਟਰਾਂ ਦੇ ਵਿੱਚ ਜਾਂ ਗੱਡੀਆਂ 'ਚ ਦਿੱਲੀ ਜਾਓ। ਇਹ ਲੋਕਾਂ ਦੀ ਕਾਮਯਾਬੀ, ਲੋਕਾਂ ਦਾ ਇੰਨਾ ਸਹਿਯੋਗ ਸੀ। ਇਹ ਆਪਣੀ ਕਿਸਮ ਦਾ ਦੁਨੀਆ ਦਾ ਪਹਿਲਾ ਇਹੋ ਜਿਹਾ ਅੰਦੋਲਨ ਹੈ ਜਿੱਥੇ ਦੁਨੀਆ 'ਚ ਸਭ ਤੋਂ ਵੱਧ ਪਾਰਟਿਸਿਪੇਸ਼ਨ ਸੀ, ਸਭ ਤੋਂ ਵੱਧ ਪੀਸਫੁਲ ਸੀ ਤੇ ਸਭ ਤੋਂ ਵੱਧ ਲੰਬਾ ਅੰਦੋਲਨ ਨਹੀਂ ਰਿਹਾ। ਇਹ ਲੋਕਾਂ ਤੋਂ ਬਿਨਾਂ ਨਹੀਂ ਸੀ ਹੋ ਸਕਦਾ, ਇਸ ਕਰਕੇ ਇਹਦਾ ਸਿਹਰਾ ਲੋਕਾਂ ਨੂੰ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਸਫ਼ਰ ਦੀਆਂ ਪੁਰਾਣੀਆਂ ਯਾਦਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਹਰਜਿੰਦਰ ਸਿੰਘ ਥਿੰਦ ਹੁਣੀ ਵੀ ਮੇਰੇ ਨਾਲ ਸ਼ਾਮਲ ਹੋਣ, ਪੇਸ਼ ਕਰਦੇ ਹਾਂ ਸਾਡਾ ਲੜੀਵਾਰ ਸੈਗਮੈਂਟ ਜੋ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਸ਼ਾਮਲ ਕਰਦੇ ਆ ਰਹੇ ਹਾਂ। ਹਰਜਿੰਦਰ ਸਿੰਘ ਥਿੰਦ ਹੋਣਾ ਦਾ ਹਰਜਿੰਦਰ ਥਿੰਦ ਸ਼ੋਅ ਜੋ ਰੈਡ FM ਤੋਂ ਪ੍ਰਸਾਰਿਤ ਹੁੰਦਾ ਹੈ BC ਦੀ ਪਾਰਲੀਮੈਂਟ ਬਿਲਡਿੰਗ ਦੇ ਵਿੱਚੋਂ, ਵਿਧਾਨ ਸਭਾ ਦੀ ਬਿਲਡਿੰਗ ਦੇ ਵਿੱਚੋਂ ਲਾਈਵ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਦੇ ਵਿੱਚੋਂ ਅਸੀਂ ਇੱਕ ਇੰਟਰਵਿਊ ਪੇਸ਼ ਕਰਦੇ ਆ ਰਹੇ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ MLA ਜਗਰੂਪ ਸਿੰਘ ਬਰਾੜ ਹੋਣਾ ਦੇ ਨਾਲ ਕੀਤੀ ਹੋਈ ਇਹ ਗੱਲਬਾਤ। ਤੁਸੀਂ ਸ਼ਾਮਿਲ ਹੋ ਹਰਜਿੰਦਰ ਸਿੰਘ ਸ਼ੋਅ 'ਚ 93.1 ਰੈਡ FM ਤੇ। ਮੇਰੇ ਨਾਲ ਜਗਰੂਪ ਸਿੰਘ ਬਰਾੜ MLA ਜਿਹੜੇ ਕਈ ਵਾਰ MLA ਬਣ ਚੁੱਕੇ ਨੇ, ਉਹ ਗੱਲਬਾਤ ਕਰਨਗੇ। ਬਰਾੜ ਸਾਹਿਬ ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਔਰ ਮੈਂ ਮੁਬਾਰਕਬਾਦ ਦਿੰਦਾ ਤੁਹਾਨੂੰ ਰੈਡ FM ਨੂੰ, ਤੁਹਾਡੇ ਅਦਾਰੇ ਨੂੰ, ਤੁਹਾਨੂੰ ਕਿ ਤੁਸੀਂ ਜਿਹੜੀ ਇਹ ਇੱਕ ਇਤਿਹਾਸਕ ਬਿਲਡਿੰਗ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ। ਇੱਥੇ ਆ ਕੇ ਪਹਿਲੀ ਵਾਰੀ ਇੱਕ ਪੰਜਾਬੀ ਭਾਸ਼ਾ ਦਾ ਬੋਲਣ ਵਾਲਾ ਰੇਡੀਓ ਪ੍ਰੋਗਰਾਮ ਹੈ, ਉਹਨੇ ਲੋਕਾਂ ਨੂੰ ਸੰਬੋਧਨ ਹੋਇਆ ਔਰ ਇੱਥੇ ਪੰਜਾਬੀ ਬੋਲਣ ਵਾਲੇ MLA ਵੀ ਹੈਗੇ ਆ ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦੀਆਂ। ਤੁਸੀਂ ਜ਼ਿਕਰ ਕਰਦੇ ਆ ਰਹੇ ਹੋ ਸਵੇਰ ਦੇ, ਮੈਂ ਤੁਹਾਡੇ ਆਲਮੋਸਟ ਸਾਰੇ ਹੀ ਜਿਹੜੀਆਂ ਇੰਟਰਵਿਊ ਸੁਣੀਆਂ ਨੇ ਕਿ 123 ਸਾਲ ਪੁਰਾਣੀ ਬਿਲਡਿੰਗ ਹੈਗੀ ਹੈ। ਇਹ ਬਿਲਡਿੰਗ ਭਾਰਤ ਦੀ ਆਜ਼ਾਦੀ ਤੋਂ 47 ਸਾਲ ਪਹਿਲਾਂ ਬਣ ਚੁੱਕੀ ਸੀ। ਅੱਛਾ, 47 ਸਾਲ ਪਹਿਲਾਂ ਬਣ ਚੁੱਕੀ ਸੀ। ਐਡਾ ਲੰਬਾ ਇਹਦਾ ਇਤਿਹਾਸ ਹੈ। ਇਸ ਬਿਲਡਿੰਗ ਦੇ ਵਿੱਚ ਬੜਾ ਕੁਝ ਹੋਇਆ, ਬੜਾ ਕੁਝ ਮਾੜਾ ਹੋਇਆ, ਬੜਾ ਕੁਝ ਹੁਣ ਚੰਗਾ ਹੋ ਰਿਹਾ ਹੈ। ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਸਮਾਂ ਸੀ ਸਾਨੂੰ ਇੱਥੇ ਸਾਡੇ ਖਿਲਾਫ ਇਸੇ ਬਿਲਡਿੰਗ ਦੇ ਵਿੱਚ ਕਾਨੂੰਨ ਬਣੇ ਨੇ, ਸਾਨੂੰ ਪਾਕੀ ਕਿਹਾ ਗਿਆ, ਸਾਨੂੰ ਹਿੰਦੂ ਕਿਹਾ ਗਿਆ ਔਰ ਇਸੇ ਤਰੀਕੇ ਨਾਲ ਜਿਹੜੇ ਨੇਟਿਵ ਲੋਕ ਸੀ ਉਹਨਾਂ ਦੀਆਂ ਇੱਥੇ ਜਿਹੜੀਆਂ ਮੂਰਤਾਂ ਲਾਈਆਂ ਗਈਆਂ, ਔਰਤਾਂ ਦੀਆਂ ਮਿਊਰਲਸ ਜਿਹੜੀਆਂ ਹੈਗੀਆਂ ਉਹ ਲਾਈਆਂ ਗਈਆਂ, ਲੇਕਿਨ ਉਹ ਕਾਫੀ ਕੁਝ ਨੂੰ ਹਟਾ ਦਿੱਤਾ ਗਿਆ। ਹੁਣ ਚੰਗਾ ਸਮਾਂ ਆਇਆ, ਹੁਣ ਇਕੁਆਲਿਟੀ ਦੀ, ਜਸਟਿਸ ਦੀ, ਫੇਅਰਨੈਸ ਦੀ ਗੱਲਬਾਤ ਹੋ ਰਹੀ ਹੈ। ਪਰ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਹਲੇ ਸਾਰਾ ਕੁਝ ਠੀਕ ਨਹੀਂ ਹੋਇਆ। ਹਲੇ ਵੀ ਬੜਾ ਰੇਸਿਜ਼ਮ ਹੈਗਾ, ਹਲੇ ਵੀ ਬੜਾ ਕੁਝ ਜਿਹੜਾ ਹਿਸਟੋਰਿਕ ਮਿਸਟੇਕਸ ਨੇ ਗਈਆਂ, ਵੱਜਰ ਮਿਸਟੇਕ ਕੀਤੀਆਂ ਹੋਈਆਂ, ਉਹਨਾਂ ਨੂੰ ਕਰੈਕਟ ਕਰਨ ਦੀ ਜਿਹੜੀ ਲੋੜ ਹੈਗੀ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਉਸ ਸਰਕਾਰ ਦਾ ਹਿੱਸਾ ਜਿਹੜੀ ਹਿਸਟੋਰਿਕ ਜਿਹੜੀਆਂ ਮਿਸਟੇਕਸ ਹੋਈਆਂ ਜਾਂ ਰੇਸਿਜ਼ਮ ਨੂੰ ਕਰੈਕਟ ਕਰਨ ਵਾਸਤੇ ਵਚਨਬੱਧ ਜ਼ਰੂਰ ਹੈਗੀ ਹੈ, ਲੇਕਿਨ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਅਸੀਂ ਕਿੰਨਾ ਕੰਮ ਕਰ ਸਕਦੇ ਹਾਂ। ਸੋ ਤੁਸੀਂ ਤਾਂ ਹੁਣ ਲੰਬਾ ਸਮਾਂ MLA ਰਹੇ ਹੋ, ਤੁਸੀਂ ਕਈ ਰੰਗ ਵੇਖੇ ਆ ਇੱਥੇ। ਜਦੋਂ ਪਹਿਲਾਂ ਚੁਣ ਕੇ ਆਏ ਸੀ, ਕਿਵੇਂ ਮਹਿਸੂਸ ਕੀਤਾ ਕਿ ਅਸੀਂ ਉਸੇ ਬਿਲਡਿੰਗ ਦੇ ਵਿੱਚ ਹੁਣ ਉਸ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਬਣ ਰਹੇ ਹਾਂ, ਜਿਸ ਐਡਮਿਨਿਸਟ੍ਰੇਸ਼ਨ ਨੇ, ਜਿਹੜੀਆਂ ਸਰਕਾਰਾਂ ਨੇ ਇੱਥੇ ਸਾਨੂੰ ਅੰਦਰ ਆਉਣਾ ਤਾਂ ਇੱਕ ਪਾਸੇ ਰਿਹਾ, ਵੋਟ ਦਾ ਹੱਕ ਨਹੀਂ ਸੀ ਦਿੱਤਾ ਹੋਇਆ। ਜੀ ਥਿੰਦ ਸਾਹਿਬ, ਜਦੋਂ ਮੈਂ ਪਹਿਲੀ ਵਾਰੀ ਚੁਣ ਕੇ ਆਇਆ, ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਵੇਲੇ ਸਾਡਾ ਹਾਲ ਇਹ ਸੀਗਾ ਕਿ ਸਾਡੇ ਵਿਧਾਨ ਸਭਾ ਦੇ ਵਿੱਚ ਸਿਰਫ 2 ਹੀ MLA ਸੀਗੇ, ਬਾਕੀ 77 ਲਿਬਰਲ MLA ਸੀਗੇ। ਇੱਕ ਜੈਨੀ ਕੁਆਨ ਸੀ ਤੇ ਇੱਕ ਜੋਏ ਮਕਫੇਲ ਸੀਗੇ। ਸੋ ਮੈਨੂੰ BC ਦੇ ਲੋਕਾਂ ਨੇ ਔਰ ਖਾਸ ਕਰਕੇ ਪੈਨੋਰਾਮਾ ਦੇ ਲੋਕਾਂ ਨੇ ਉਦੋਂ ਮੌਕਾ ਦਿੱਤਾ। ਤੁਸੀਂ ਵੀ ਉਹਦੇ ਵਿੱਚ ਮੈਨੂੰ ਪਤਾ ਉਹਦੇ ਸ਼ਾਮਲ ਸੀਗੇ। ਬੜੀ ਵੱਡੀ ਬਾਈ ਇਲੈਕਸ਼ਨ ਹੋਈ ਸੀ, ਮੈਨੂੰ ਚੁਣ ਕੇ ਇੱਥੇ ਭੇਜਿਆ। ਮੇਰੇ ਲਈ ਬਹੁਤ ਵੱਡਾ ਮਾਣ ਸੀ ਉਹ ਕਿ ਮੈਂ ਤੀਜਾ ਜਿਹੜਾ ਹੈਗਾ MLA ਚੁਣ ਕੇ ਇੱਥੇ ਆਇਆ। ਔਰ ਉਸ ਵੇਲੇ ਮੈਂ ਵੈਨਕੂਵਰ ਤੋਂ ਲੈ ਕੇ ਕਲੋਨੇ ਤੱਕ ਸਾਰੇ ਸੂਬੇ 'ਚ ਇਕੱਲਾ ਹੀ ਪੰਜਾਬੀ MLA NDP ਦਾ ਸੀਗਾ। ਔਰ ਉਹਦੇ ਨਾਲ ਮੈਂ ਸਮਝਦਾ ਕਿ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਕਿ ਜਿਹੜਾ NDP ਦੇ ਵਿੱਚ ਦੁਬਾਰਾ ਜਿਹੜੀ ਰੂਹ ਇੱਕ ਨਵੀਂ ਜਿਹੜੀ ਹੈਗੀ ਹੈ ਉਹ ਫੂਕੀ ਗਈ ਤੇ ਜਿਹੜੇ ਸਾਡੇ ਵਲੰਟੀਅਰ ਸੀ ਉਹਨਾਂ ਦੇ ਵਿੱਚ ਜਿਹੜਾ ਦੁਬਾਰਾ ਜਿਹੜੀ ਹੈਗੀ ਹੈ ਐਨਰਜੀ ਪੈਦਾ ਹੋਈ। ਕੈਰਲ ਜੇਮਸ ਨੇ ਤੁਹਾਡੀ ਕਾਫੀ ਮਦਦ ਕੀਤੀ, ਤੁਹਾਨੂੰ ਟ੍ਰੇਨ ਵੀ ਕੀਤਾ ਮੇਰਾ ਖਿਆਲ। ਹਾਂਜੀ, ਮੈਂ ਕੈਰਲ ਜੇਮਸ ਦੇ ਨਾਲ ਬਹੁਤ ਨੇੜੇ ਹੋ ਕੇ ਕੰਮ ਕੀਤਾ ਔਰ ਉਹਨਾਂ ਨੇ ਬੜੀ ਵਧੀਆ ਲੀਡਰਸ਼ਿਪ ਵੀ BC ਦੇ ਲੋਕਾਂ ਨੂੰ ਦਿੱਤੀ ਹੈ। ਔਰ ਉਸ ਤੋਂ ਸ਼ੁਰੂ ਕਰਕੇ ਜੀ ਮੈਨੂੰ 5 ਵਾਰੀ ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਕੇ ਇੱਥੇ ਭੇਜਿਆ। ਬਹੁਤ ਵੱਡਾ ਸਤਿਕਾਰ ਹੈ, ਮੈਂ ਧੰਨਵਾਦ ਕਰਦਾ BC ਦੇ ਲੋਕਾਂ ਦਾ, ਵਿਸ਼ੇਸ਼ ਤੌਰ ਦੇ ਉੱਤੇ ਸਰੀ ਦੇ ਲੋਕਾਂ ਦਾ ਔਰ ਫਰੀਦਕੋਟ ਦੇ ਲੋਕਾਂ ਦਾ, ਜਿਨ੍ਹਾਂ ਨੇ ਮੇਰੇ ਮੱਥੇ ਤੇ ਤਾਜ ਲਾ ਕੇ ਇੱਥੇ ਭੇਜਿਆ। ਇਹ ਜਿਹੜਾ ਲੋਕਾਂ ਦਾ ਹਾਊਸ ਹੈ, ਇੱਥੇ ਤੁਸੀਂ ਲੋਕਾਂ ਦੀ ਗੱਲਬਾਤ ਕਰ ਸਕਦੇ ਆ ਔਰ ਲੋਕਾਂ ਦੀ ਆਵਾਜ਼ ਉਠਾ ਸਕਦੇ ਆ। ਉਹ ਤੁਹਾਡੇ ਕੋਲ ਮੌਕਾ ਹੈ ਔਰ ਮੈਂ ਕੋਸ਼ਿਸ਼ ਵੀ ਕਰਦਾ ਕਿ ਜਿਹੜੀ ਲੋਕਾਂ ਦੀ ਗੱਲਬਾਤ ਹੈ ਇੱਥੇ ਉਹ ਉਠਾਈ ਜਾਵੇ। ਬਹੁਤ ਸ਼ੁਕਰੀਆ ਤੁਹਾਡਾ ਤੇ ਤੁਹਾਡੀ ਰੈਡ FM ਟੀਮ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ। ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਦੁਬਾਰਾ ਫਿਰ ਵੀ ਆਇਓ, ਬਲਕਿ ਇੱਥੇ ਬਹੁਤ ਸਾਰੇ ਰਿਪੋਰਟਰ ਨੇ, ਬਹੁਤ ਸਾਰੇ ਅਦਾਰਿਆਂ ਦੇ ਤੁਹਾਨੂੰ ਪਤਾ ਹੈ
ਅਸੀਂ ਚਾਹਾਂਗੇ ਕਿ ਇੱਥੇ ਪੰਜਾਬੀ ਰਿਪੋਰਟਰ ਵੀ ਹੋਵੇ। ਥੈਂਕ ਯੂ, ਸੋ ਮਿਹਰਬਾਨੀ। ਸ਼ੁਕਰੀਆ। ਵਿਲੱਖਣ ਅਤੇ ਬੁਲੰਦ ਆਵਾਜ਼ ਦੀ ਮਲਕਾ ਅਤੇ 45 ਸੈਕਿੰਡ ਦੀ ਲੰਬੀ ਹੇਕ ਨਾਲ ਵਿਸ਼ਵ ਰਿਕਾਰਡ ਬਣਾਉਣ ਵਾਲੀ ਪੰਜਾਬ ਦੀ ਮਸ਼ਹੂਰ ਗਾਇਕਾ ਗੁਰਮੀਤ ਬਾਵਾ 21 ਨਵੰਬਰ ਐਤਵਾਰ ਨੂੰ ਇਸ ਜਹਾਨ ਤੋਂ ਕੂਚ ਕਰ ਗਏ, ਜਿਨ੍ਹਾਂ ਦੇ ਟੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਮਿਰਜ਼ਾ ਸਾਹਿਬਾਂ ਦੇ ਪਿੰਡ ਗਿਆ, ਮਾੜੀ ਜਿਹੀ ਜੱਟ ਦੀ ਬੱਤੀ ਵੇਖ ਕੇ ਮਿਰਜ਼ੇ ਨੂੰ ਮਿਹਣੇ ਮਾਰਦੀ ਆ। ਕਿਵੇਂ ਮਾਰਦੀ ਆ? ਮਿਰਜ਼ਾ ਕਿਵੇਂ ਸ਼ਾਇਰ ਹੈ, ਪੀਲੂ ਸ਼ਾਇਰ ਨੇ ਜਿਵੇਂ ਲਿਖਿਆ ਕਰੇ ਗੁਰਮੀਤ ਬਾਵਾ। ਜੁਗਨੀ ਜਾਂ ਮਿਰਜ਼ੇ ਵਰਗੀਆਂ ਲੋਕ ਗਾਥਾਵਾਂ ਗਾਉਣੀਆਂ ਹੋਣ ਤਾਂ ਗੁਰਮੀਤ ਬਾਵਾ, ਜਗਮੋਹਨ ਕੌਰ ਤੇ ਨਰਿੰਦਰ ਬੀਬਾ ਵਰਗੀਆਂ ਗਾਇਕਾਵਾਂ ਨੇ ਆਪਣੀ ਬੁਲੰਦ ਆਵਾਜ਼ ਨਾਲ ਲੋਹਾ ਮਨਵਾਇਆ। ਕੁਲਦੀਪ ਮਾਣਕ ਉਹਨਾਂ ਦੀ ਵੀ 30 ਨਵੰਬਰ ਨੂੰ 10ਵੀਂ ਬਰਸੀ ਹੈ। ਆਓ ਕੁਲਦੀਪ ਮਾਣਕ ਤੇ ਗੁਰਮੀਤ ਬਾਵਾ ਦੋਨਾਂ ਦੀ ਇੱਕ ਸਾਂਝੀ ਯਾਦ ਫਿਲਮ ਬਲਵੀਰੋ ਭਾਬੀ ਦੇ ਵਿੱਚੋਂ ਸਾਂਝੀ ਕਰਦੇ ਹਾਂ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਮੇਰੇ ਸਾਥੀ, ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਰਦਾਰ ਹਰਜਿੰਦਰ ਸਿੰਘ ਥਿੰਦ ਉਹਨਾਂ ਦੇ ਨਾਲ ਇੱਕ ਹੀ ਟੀਮ ਦੇ ਵਿੱਚ ਮੈਨੂੰ ਦਹਾਕਿਆਂ ਬੱਧੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਦੇਸ਼ ਪ੍ਰਦੇਸ਼ ਟੈਲੀਵਿਜ਼ਨ ਪ੍ਰੋਗਰਾਮ ਦੇ ਉਹ ਇੱਕ ਬਹੁਤ ਹੀ ਅਹਿਮ ਅੰਗ ਰਹੇ ਹਨ ਅਤੇ ਨਾਰਥ ਅਮਰੀਕਾ ਦੇ ਜੇ ਕਹਿ ਦਈਏ ਪੰਜਾਬੀ ਮੀਡੀਆ ਦੇ ਸਿਰਮੌਰ ਪੱਤਰਕਾਰ ਔਰ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਹੈ, ਉਹ ਇਸ ਟੀਮ ਦੇ, ਅਸੀਂ ਇੱਕੋ ਹੀ ਟੀਮ ਦੇ ਜਿਹੜੇ ਮੈਂਬਰ ਹਾਂ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਮੇਰੇ ਨਾਲ ਥਿੰਦ ਸਾਹਿਬ ਸ਼ਾਮਲ ਨੇ। ਥਿੰਦ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਕਿਵੇਂ ਮਹਿਸੂਸ ਹੋ ਰਿਹਾ ਜੀ ਅੱਜ ਦਾ ਜਿਹੜਾ ਦੇਸ਼ ਪ੍ਰਦੇਸ਼ ਦਾ ਸਫ਼ਰ ਹੈ, ਇੰਨੇ 29 ਸਾਲ ਤੋਂ ਚੱਲ ਰਿਹਾ, ਸ਼ਾਇਦ 27ਵਾਂ ਸਾਲ
ਮੈਨੂੰ ਇਸ ਦੇ ਵਿੱਚ ਐਂਟਰ ਹੋਇਆ ਹੋ ਗਿਆ, ਤੁਸੀਂ ਵੀ ਉਸ ਤੋਂ ਬਾਅਦ ਛੇਤੀ ਹੀ ਇਸ ਦੇ ਵਿੱਚ ਸ਼ਾਮਲ ਹੋ ਗਏ ਤੇ ਅੱਜ ਸਫ਼ਰ ਖਤਮ ਹੋ ਰਿਹਾ ਜੀ ਪ੍ਰੋਗਰਾਮ ਦਾ। ਦਰਅਸਲ ਮਿਕਸਡ ਫੀਲਿੰਗ ਆ। ਇੱਕ ਪਾਸਿਓਂ ਤਾਂ ਮਨ ਉਦਾਸ ਵੀ ਆ ਵੀ ਇਹ ਪ੍ਰੋਗਰਾਮ ਇੰਨਾ ਲੰਬਾ ਸਮਾਂ ਤੋਂ ਚੱਲ ਰਿਹਾ, ਸਾਰੇ ਕੈਨੇਡਾ 'ਚ ਵੇਖਿਆ ਜਾਂਦਾ। ਦੂਜੇ ਪਾਸੇ ਇਹ ਆ ਵੀ ਭਰਿਆ ਮੇਲਾ ਛੱਡ ਕੇ ਚੱਲੇ ਆ। ਇਹ ਪ੍ਰੋਗਰਾਮ ਦੇ ਵਿੱਚ ਬਹੁਤ ਤਬਦੀਲੀਆਂ ਵੀ ਤੁਸੀਂ ਲੈ ਕੇ ਆਂਦੀਆਂ, ਪਰ ਮੇਰਾ ਖਿਆਲ ਹੈ ਵੀ ਡਿਜੀਟਲ ਯੁੱਗ ਦੀ ਇਹ ਮੰਗ ਆ। ਹੁਣ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ਾਇਦ ਚੱਲਣੇ ਸੰਭਵ ਨਹੀਂ ਗੇ, ਮੁਮਕਿਨ ਨਹੀਂ। ਖਾਸ ਤੌਰ ਤੇ ਜਿਹੜੀ ਪੇਡ ਪ੍ਰੋਗਰਾਮਿੰਗ ਹੈ, ਵਿਜ਼ਨ ਟੀਵੀ ਜਿਹੜਾ ਹੈ ਇਸ ਦੀ ਬੜੀ ਭੂਮਿਕਾ ਰਹੀ ਹੈ ਜੀ, ਖਾਸ ਤੌਰ ਤੇ ਆਪਣੀ ਕਮਿਊਨਿਟੀ ਦੇ ਪ੍ਰੋਗਰਾਮਾਂ ਦੇ ਵਾਸਤੇ। ਪਹਿਲਾਂ ਇੱਕੋ ਇੱਕ ਇਹ ਚੈਨਲ ਸੀ ਜਿਹੜਾ ਕਿ ਨੈਸ਼ਨਲ ਵਾਈਡ ਅੱਜ ਤੱਕ ਚੱਲ ਰਿਹਾ ਹੈਗਾ, ਜਿਸ ਦੇ ਵਿੱਚ ਆਪਣੇ ਪ੍ਰੋਗਰਾਮਾਂ ਨੂੰ ਜਗ੍ਹਾ ਮਿਲੀ। ਔਰ ਸੈਚਰਡੇ 2-3 ਪ੍ਰੋਗਰਾਮ ਹੁੰਦੇ ਸੀ ਜਦੋਂ ਦੇਸ਼ ਪ੍ਰਦੇਸ਼ ਸ਼ੁਰੂ ਹੋਇਆ। ਹਾਂ, ਇੱਕ ਵਿਜ਼ਨਸ ਆਫ ਪੰਜਾਬ ਸੀ, ਅਣਖੀਲਾ ਪੰਜਾਬ ਸੀ, ਗੁਰਬਾਣੀ ਦਾ ਪ੍ਰੋਗਰਾਮ ਅੱਜ ਵੀ ਚੱਲ ਰਿਹਾ ਜੀ। ਤੇ ਉਦੋਂ ਗਿਣਤੀ ਮਿਣਤੀ ਦੇ ਪ੍ਰੋਗਰਾਮਾਂ ਤੋਂ ਬਾਅਦ ਹੌਲੀ ਹੌਲੀ ਇਹ ਪ੍ਰੋਗਰਾਮ ਜਾਂ ਚੈਨਲ ਜਿਹੜਾ ਹੈ ਪਪੂਲਰ ਹੋਇਆ ਤੇ ਆਪਣੇ ਸਾਊਥ ਏਸ਼ੀਅਨ ਜਾਂ ਪੰਜਾਬੀ ਪ੍ਰੋਗਰਾਮ ਕਿੰਨੇ ਸਾਰਾ ਹੀ ਦਿਨ ਫਿਰ ਸੈਚਰਡੇ ਜਿਹੜਾ ਸੀ ਬਿਜ਼ੀ ਹੋਣ ਲੱਗ ਪਿਆ। ਸੋ ਹੁਣ ਸਮਾਂ ਜਿਹੜਾ ਹੈ ਉਹ ਮੇਰੇ ਖਿਆਲ ਸਮੇਂ ਦੀ ਇਹ ਕਹਿ ਲਓ ਕਿ ਸਮੇਂ ਦੀ ਮੰਗ ਆ, ਕਿਉਂਕਿ ਹੁਣ ਐਡਵਰਟਾਈਜ਼ਮੈਂਟ ਲੈ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾਉਣੇ ਤੇ ਉਹਨਾਂ ਨੂੰ ਕਾਮਯਾਬ ਰੱਖਣਾ ਲੰਬੇ ਸਮੇਂ ਲਈ ਸ਼ਾਇਦ ਮੁਮਕਿਨ ਨਾ ਹੋ ਸਕੇ। ਹੁਣ ਅਟਵਾਲ ਸਾਹਿਬ ਡਿਜੀਟਲ ਟੈਕਨੋਲੋਜੀ ਦਾ ਯੁੱਗ ਆ ਗਿਆ। ਦੇਸ਼ ਪ੍ਰਦੇਸ਼ ਦਰਅਸਲ ਭਾਵੇਂ ਇਸ ਚੈਨਲ ਤੋਂ ਬੰਦ ਹੋ ਜਾਏਗਾ, ਲੇਕਿਨ ਦੇਸ਼ ਪ੍ਰਦੇਸ਼ ਕਿਸੇ ਹੋਰ ਰੂਪ ਦੇ ਵਿੱਚ ਜ਼ਰੂਰ ਚੱਲਦਾ ਰਹਿਣਾ ਜੀ। YouTube ਚੈਨਲ ਦੇ ਉੱਤੇ ਜਿਸ ਤਰ੍ਹਾਂ ਅਸੀਂ ਦਰਸ਼ਕਾਂ ਨੂੰ ਦੱਸਦੇ ਆ ਰਹੇ ਹਾਂ ਕਿ ਦੇਸ਼ ਪ੍ਰਦੇਸ਼ ਦਾ YouTube ਚੈਨਲ ਹੁਣ ਜਿਹੜਾ ਐਸਟੈਬਲਿਸ਼ ਹੋ ਚੁੱਕਾ ਹੈ, ਜਿਸ ਦੇ ਵਿੱਚ ਆਪਣਾ ਮੋਹਾਲੀ ਵੀ ਸਟੂਡੀਓ ਰੱਖਿਆ ਤੇ ਹੁਣ ਜਿਹੜਾ ਰੀਸੈਂਟਲੀ ਹੈ ਇਸ ਨੂੰ ਤਬਦੀਲ ਕਰਕੇ ਜਲੰਧਰ ਲੈ ਲਿਆ ਗਿਆ। ਤੇ ਇਸ ਦੇ ਵਿੱਚ ਵੀ ਸਾਡੀ ਬਹੁਤ ਅੱਛੀ ਟੀਮ ਹੈ ਜਿਹੜੀਆਂ ਪੰਜਾਬ ਤੋਂ, ਦਿੱਲੀ ਤੋਂ ਔਰ ਹੋਰ ਆਸ-ਪਾਸ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਹਨਾਂ ਦੀ ਕਵਰੇਜ ਕਰਦੇ ਹੈਗੇ ਆ, ਉਹ ਦੇਖ ਸਕਦੇ ਆ। ਬਾਕੀ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਦਾ ਵੀ YouTube ਵਰਜ਼ਨ ਜਿਹੜਾ ਹੈ ਇਸ ਨੂੰ ਤਕਰੀਬਨ ਇਸੇ ਤਰ੍ਹਾਂ ਦੇ ਰੂਪ ਦੇ ਵਿੱਚ ਅਸੀਂ ਚਾਲੂ ਰੱਖਣ ਦੀ ਕੋਸ਼ਿਸ਼ ਕਰਾਂਗੇ। ਉਹਦਾ ਵਰਜ਼ਨ ਛੋਟਾ ਹੋ ਜਾਏਗਾ ਕਿਉਂਕਿ ਹੁਣ ਜ਼ਮਾਨਾ ਵੀ ਇਹੋ ਰਿਹਾ ਕਿ ਲੋਕਾਂ ਦਾ ਜਿਹੜਾ ਸਪੈਨ ਆ, ਅਟੈਂਸ਼ਨ ਸਪੈਨ, ਉਹ ਛੋਟਾ ਹੋ ਗਿਆ। ਫਿਰ ਕਮਰਸ਼ੀਅਲ ਫ੍ਰੀ ਹੋਵੇਗਾ ਇਸ ਪੱਖੋਂ ਵੀ, ਮਤਲਬ ਹੈ ਨਰੋਲ ਪ੍ਰੋਗਰਾਮ ਹੋਵੇਗਾ, ਐਡਵਰਟਾਈਜ਼ਮੈਂਟ ਨਹੀਂ ਹੋਣੀ ਜੀ। ਸੋ ਇਹਦਾ ਬਦਲਵਾਂ ਰੂਪ ਹੈ ਇੱਕ। ਪਰ ਜਿਹੜਾ ਸਾਲ, ਜਿਹੜੇ ਮੇਰਾ ਖਿਆਲ ਆ ਇੰਨੇ ਸਾਲ ਅਸੀਂ ਇਹ ਪ੍ਰੋਗਰਾਮ ਚਲਾਉਂਦੇ ਰਹੇ ਤੇ ਤੁਸੀਂ ਵੇਖਦੇ ਰਹੇ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਉਹ ਦਿਨ ਯਾਦ ਹੈ ਜੀ ਜਦੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ, ਬੜੀ ਸਹਿ-ਸੁਭਾਅ। ਤੁਹਾਨੂੰ ਯਾਦ ਹੈ ਜੀ ਬੌਬੀ ਨਾਗਰਾ ਹੁਣੀ ਪ੍ਰੋਡਿਊਸ ਕਰਦੇ ਹੁੰਦੇ ਸੀ ਇਸ ਪ੍ਰੋਗਰਾਮ ਨੂੰ ਤੇ ਸਰਬਜੀਤ ਸਰੋਆ ਹੁਣੀ ਉਹਨਾਂ ਦੇ ਪਾਰਟਨਰ ਸਨ ਔਰ ਸਰਬਜੀਤ ਸਰੋਆ ਹੀ ਇਸ ਪ੍ਰੋਗਰਾਮ ਨੂੰ ਹੋਸਟ ਕਰਿਆ ਕਰਦੇ ਸਨ। ਦਰਸ਼ਕਾਂ ਨੂੰ ਯਾਦ ਹੋਏਗਾ, ਤੁਸੀਂ ਇਸ ਵੇਲੇ ਝਲਕ ਦੇਖ ਰਹੇ ਹੋ ਟੀਵੀ ਸਕਰੀਨ ਦੇ ਉੱਤੇ, ਉਸ ਸਮੇਂ ਦੀ ਸਰਬਜੀਤ ਸਰੋਆ ਹੁਣੀ ਕਿਸ ਪ੍ਰਕਾਰ ਲੱਗਦੇ ਸਨ। ਥੈਨ ਸਾਹਿਬ, ਹੋਰ ਵੀ ਕਈ ਯਾਦਾਂ ਹੈਗੀਆਂ ਪੁਰਾਣੇ ਪ੍ਰੋਗਰਾਮਾਂ 'ਚੋਂ, ਆਪਾਂ ਝਲਕੀਆਂ ਦਿਖਾ ਲਾਂਗੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਦਰਸ਼ਕਾਂ ਨੂੰ, ਜਿਸ ਦੇ ਵਿੱਚ ਇੱਕ ਕੋਇਨਸੀਡੈਂਟ ਸੀ ਜਦੋਂ ਆਪਾਂ ਟੇਕ ਓਵਰ ਵੀ ਕੀਤਾ ਪ੍ਰੋਗਰਾਮ ਤੇ 4 ਨਵੰਬਰ ਸੀ 95 ਤੇ ਉਸ ਵੇਲੇ ਦੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਹੋਇਆ ਸੀ, ਇੰਦਰਜੀਤ ਬੈਂਸ ਹੋਣੀ ਸ਼ਾਮਲ ਹੋਏ ਸੀ ਕਿ ਕਹਿੰਦੇ ਅੱਜ ਸਰਬਜੀਤ ਸਰੋਆ ਦਾ ਵਿਆਹ ਹੈ। ਸੋ ਸੁਖਸ਼ਿੰਦਰ ਸ਼ਿੰਦਾ ਹੋਣੀ, ਹੋਰ ਜਿਹੜੀ ਸੰਗੀਤ ਇੰਡਸਟਰੀ ਜੈਦੀ ਵੀ ਹੋਣੀ, ਸਾਰੇ ਸ਼ਾਮਲ ਹੋਏ ਸਨ। ਸੋ ਉਸ ਤਰ੍ਹਾਂ ਦੇ ਜ਼ਿਕਰ ਵੀ ਹੈਗੇ ਆ। ਦਲਜੀਤ ਸਿੰਘ ਜੀ, ਤੁਹਾਡਾ ਆਪਣੇ ਹੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅਟਵਾਲ ਸਾਹਿਬ, ਬਹੁਤ ਬਹੁਤ ਮਿਹਰਬਾਨੀ ਔਰ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਸਮੂਹ ਸਾਧ ਸੰਗਤ ਨੂੰ। ਅੱਜ ਦਾ ਸਾਡਾ ਖਾਸ ਸ਼ੋਅ ਮੈਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ। ਸਾਡੇ ਦੇਸ਼ ਪ੍ਰਦੇਸ਼ ਦੇ ਸਰਬਜੀਤ ਸਰੋਆ ਦਾ ਵਿਆਹ ਆ ਔਰ ਉਹਦੀ ਮੈਂ ਸਰਬਜੀਤ ਸਰੋਆ ਨੂੰ ਤੇ ਸਾਰੇ ਦਰਸ਼ਕਾਂ ਨੂੰ ਵਧਾਈ ਦੇਣੀ ਚਾਹੁੰਦਾ। ਅੱਜ ਅਸੀਂ ਵਿਆਹ ਦੇ ਵਿੱਚ ਬਿਜ਼ੀ ਹਾਂ। ਖੁਸ਼ੀ ਭਰੇ ਸਮਾਗਮ ਵਿੱਚ ਸਾਰੇ ਨਾਰਥ ਅਮਰੀਕਾ ਦੀ 뮤직 ਇੰਡਸਟਰੀ ਇਕੱਠੀ ਹੋਈ ਹੈ ਤੇ ਆਪਣੇ ਵੀ ਆਪਾਂ ਪੁਰਾਣੇ ਪ੍ਰੋਗਰਾਮਾਂ ਦੀਆਂ ਵਿੱਚ ਕੁਝ ਝਲਕੀਆਂ ਦਿਖਾ ਲਾਂਗੇ। ਤੁਹਾਡੇ 'ਚ ਬੜੀਆਂ ਤਬਦੀਲੀਆਂ ਆ ਚੁੱਕੀਆਂ ਜਦੋਂ ਤੁਸੀਂ ਪਹਿਲੇ ਪ੍ਰੋਗਰਾਮ ਤੁਸੀਂ ਚਲਾਉਂਦੇ ਸੀ ਔਰ ਮੇਰੇ 'ਚ ਵੀ ਮੇਰਾ ਖਿਆਲ ਕਾਫੀ, ਇਹ ਸਾਰੇ ਅਸੀਂ ਬਦਲ ਗਏ ਹਾਂ ਓਵਰ ਦਾ ਈਅਰਸ। ਇੰਨੇ ਸਾਲ ਲੰਬਾ ਸਮਾਂ ਇਹ ਪ੍ਰੋਗਰਾਮ ਇਸ ਤਰ੍ਹਾਂ ਚਾਲੂ ਰਿਹਾ ਔਰ ਤੁਸੀਂ ਇਹਨੂੰ ਬਹੁਤ ਵਧੀਆ ਹੰਗਾਰਾ ਦਿੰਦੇ ਰਹੇ। ਹੁਣ ਸਮਾਂ ਆ ਗਿਆ ਕਿ ਵਿਛੜਨ ਦਾ ਤੇ ਨਹੀਂ, ਖੈਰ ਇਸ ਦਾ ਰੰਗ ਰੂਪ ਬਦਲ ਜਾਏਗਾ ਅਤੇ ਹੁਣ ਅੱਜ ਕੱਲ੍ਹ ਦੀ ਨਵੀਂ ਟੈਕਨੋਲੋਜੀ ਤੇ ਡਿਜੀਟਲ ਤਰੀਕੇ ਨਾਲ ਫਿਰ ਵੀ ਤੁਹਾਡੇ ਨਾਲ ਮੁਲਾਕਾਤ ਹੋ ਸਕਿਆ ਕਰੇਗੀ। ਥੈਂਕ ਸਾਹਿਬ, ਜਿੱਦਾਂ ਤੁਸੀਂ ਕਿਹਾ ਨਾ ਕਿ ਤਬਦੀਲੀ ਮਹਿਸੂਸ ਹੋਵੇਗੀ ਦਰਸ਼ਕਾਂ ਨੂੰ ਪੁਰਾਣੇ ਪ੍ਰੋਗਰਾਮ ਦੇਖ ਕੇ, ਪਰ ਇੱਕ ਇਸ ਦਾ ਇੱਕ ਹਾਂ ਪੱਖੀ ਪੱਖ ਇਹ ਵੀ ਰਿਹਾ ਜੀ, ਇਸ ਪ੍ਰੋਗਰਾਮ ਨੇ ਆਪਾਂ ਨੂੰ ਜਵਾਨ ਰੱਖਿਆ ਹੈ। ਤੇ ਬਹੁਤ ਸਾਰੇ ਦਰਸ਼ਕ ਅੱਜ ਤੱਕ ਇਹ ਕਮੈਂਟ ਕਰਦੇ ਆ ਕਿ ਅਟਵਾਲ ਸਾਹਿਬ 25 ਸਾਲ ਹੋ ਗਏ, ਕੋਈ ਕਹਿੰਦਾ 27 ਸਾਲ ਹੋ ਗਏ ਤੁਹਾਨੂੰ ਦੇਖਦਿਆਂ ਨੂੰ, ਕਿ ਤੁਸੀਂ ਉਦਾਂ ਦੇ ਹੀ ਆ।
ਹੈ। ਮੈਂ ਕਹਿੰਦਾ ਹੁੰਦਾ ਮੈਨੂੰ ਕੀ ਪਤਾ ਅਸੀਂ ਉਦੋਂ ਜੰਗੇ ਲੱਗਦੇ ਹੋਈਏ ਹੈ ਨਾ ਤੇ ਪਰ ਖੈਰ ਜਦੋਂ ਦਰਸ਼ਕ ਜਿਹੜੀਆਂ ਝਲਕੀਆਂ ਦੇਖਣਗੇ ਉਹਨਾਂ ਦੇ ਵਿੱਚ ਮਹਿਸੂਸ ਕਰਨਗੇ ਕਿ ਕੀ ਅੰਤਰ ਹੈ। ਸਮੇਂ ਚੱਲਦੇ ਚੱਲਦੇ ਨਹੀਂ ਵੀ ਪਤਾ ਚੱਲਦਾ ਜੀ ਉਸੇ ਤਰ੍ਹਾਂ ਦੇ ਕਿਉਂਕਿ ਤਬਦੀਲੀ। ਕਦੇ ਕਦੇ ਪੁਰਾਣਾ ਸੈਗਮੈਂਟ ਤੁਸੀਂ ਕੋਈ ਲਾ ਦਿੰਦੇ ਹੋ, ਮੈਂ ਦੇਖਦਾ ਹੁੰਦਾ ਵੀ ਸਾਡੀਆਂ ਪੱਗਾਂ ਦਾ ਸਟਾਈਲ ਵੀ ਬਦਲ ਚੁੱਕਿਆ, ਚਿਹਰੇ ਮੋਹਰੇ ਦੇ ਵਿੱਚ ਵੀ ਫਰਕ ਪੈ ਗਿਆ। ਸੋ ਤਬਦੀਲੀਆਂ ਤਾਂ ਆਉਂਦੀਆਂ ਰਹਿੰਦੀਆਂ, ਤਬਦੀਲੀ ਤਾਂ ਹੁਣ ਵੀ ਆਉਂਦੀ ਰਹੇਗੀ, ਪਰ ਕਾਫੀ ਹੱਦ ਤੱਕ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਇੱਕ ਹਾਰਮੋਨੀ ਇਸ ਦੇ ਵਿੱਚ ਇਕਸਾਰਤਾ ਰੱਖਣ ਦੀ ਕੋਸ਼ਿਸ਼ ਕੀਤੀ। ਉਹ ਦਿਨ ਸੀ ਜੀ ਜਦੋਂ ਇਹ ਮੇਰੇ ਖਿਆਲ 2.5-3 ਸਾਲ ਜਿਹੜਾ ਹੈ ਬੋਬੀ ਨਾਗਰਾ ਹੁਣਾਂ ਨੇ, ਸਰਬਜੀਤ ਸਰੋਆ ਹੁਣਾਂ ਨੇ ਪ੍ਰੋਗਰਾਮ ਚਲਾਇਆ, ਪਰ ਉਦੋਂ ਵੀ ਇਹ ਮੁਸ਼ਕਲਾਂ ਦੇ ਵਿੱਚ ਆ ਗਿਆ ਸੀ, ਜਿਸ ਦੇ ਕਰਕੇ ਉਹਨਾਂ ਨੇ ਫਿਰ ਕੁਲਵਿੰਦਰ ਸਿੰਘ ਗੇੜਾ ਹੁਣਾਂ ਨੂੰ ਆਫਰ ਕੀਤਾ ਕਿ ਜੇ ਤੁਸੀਂ ਇਸ ਨੂੰ ਕੈਰੀ ਔਨ ਕਰਨਾ ਚਾਹੁੰਦੇ ਹੋ ਤਾਂ ਕਰ ਲਓ। ਤੇ ਦੇਖੋ ਕਿਸ ਤਰ੍ਹਾਂ ਦੇ ਕੋਇਨਸੀਡੈਂਟ ਹੈ, ਮੈਂ ਇਲੈਕਟ੍ਰੀਸ਼ੀਅਨ ਦੇ ਤੌਰ ਤੇ ਕੰਮ ਕਰਦਾ ਸੀ, ਪਰ ਕੁਲਵਿੰਦਰ ਸਿੰਘ ਜਿਹੜਾ ਉਹਨਾਂ ਨੂੰ ਪਤਾ ਸੀ ਕਿ ਮੇਰੇ ਸ਼ੌਂਕ ਹੈਗੇ ਇਸ ਪਾਸੇ ਦੇ, ਕਿਉਂਕਿ ਘਰ ਦੇ ਵਿੱਚ ਹੀ ਹੋਮ ਵੀਡੀਓਜ਼ ਬਣਾ ਕੇ ਜਿਹੜੀਆਂ ਸਕੈਟਸ ਬਣਾਈਆਂ ਸੀ ਜਾਂ ਜਿਹੜੀਆਂ ਆਰਟੀਫਿਸ਼ੀਅਲ ਕਹਿ ਲਓ ਪੇ ਅਨਾਊਂਸਮੈਂਟਸ ਬਣਾਈਆਂ ਹੋਈਆਂ ਸੀ, ਉਸ ਤਰ੍ਹਾਂ ਦੇ ਉਹਨੇ ਦੇਖੇ ਹੋਏ ਸੀ। ਤੇ ਪਹਿਲਾਂ ਵੀ 1-2 ਸੈਗਮੈਂਟ ਉਹਨਾਂ ਲਈ ਜਿਹੜਾ ਲੋਕਲ ਸ਼ੋਅ ਦੇ ਉੱਤੇ ਇਹਨਾਂ ਨੇ ਪ੍ਰੋਗਰਾਮ ਕੀਤਾ ਸੀ, ਵਤਨੋਂ ਦੂਰ 12 ਹਫ਼ਤੇ ਸ਼ਾਇਦ ਚਲਾਇਆ ਸੀ ਜਾਂ 13, ਤੇ ਉਸ ਦੇ ਵਾਸਤੇ ਵੀ ਮੈਂ ਸੈਗਮੈਂਟ ਤਿਆਰ ਕੀਤਾ। ਉਸ ਤੋਂ ਬਾਅਦ ਫਿਰ ਜਦੋਂ ਬੋਬੀ ਨਾਗਰਾ ਹੋਣਾ ਨੇ ਇਹਨਾਂ ਨੂੰ ਇਹ ਪੇਸ਼ਕਸ਼ ਕੀਤੀ ਤਾਂ ਫਿਰ ਕੁਲਵਿੰਦਰ ਸਿੰਘ ਜਿਹੜਾ ਉਹਨਾਂ ਦਾ ਮੈਨੂੰ ਫੋਨ ਆਇਆ। ਮੈਂ ਤਾਂ ਇਲੈਕਟ੍ਰੀਕਲ ਦਾ ਕੰਮ ਕਰ ਰਿਹਾ ਸੀਗਾ ਹੈ ਨਾ, ਜੋਬ 'ਤੇ ਲੱਗਿਆ ਸੀ। ਮੈਨੂੰ ਕਹਿੰਦੇ ਵੀ ਭਾਜੀ ਵੀ ਦੇਸ਼ ਪ੍ਰਦੇਸ਼ ਟੈਲੀਵਿਜ਼ਨ ਪ੍ਰੋਗਰਾਮ ਜਿਹੜਾ ਹੈ ਬੋਬੀ ਨਾਗਰਾ ਹੁਣੀ ਗਿਵ ਅਪ ਕਰ ਗਏ ਆ, ਕਹਿੰਦੇ ਵੀ ਜੇ ਤੁਸੀਂ ਕਰਨਾ ਕਰ ਲਓ, ਫਿਰ ਆਪਾਂ ਲੈ ਲਈਏ। ਮੈਂ ਕਿਹਾ ਵੀ ਮੈਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ, ਵੀ ਤੁਸੀਂ ਦੇਖੋ ਵੀ ਇਹ ਲੈਣਾ ਜਾਂ ਆਪਾਂ ਚਲਾ ਸਕਦੇ ਜਾਂ ਨਹੀਂ, ਪਰ ਮੇਰੇ ਲਾਇਕ ਜੋ ਸੇਵਾ ਹੋਊਗੀ ਮੈਨੂੰ ਦੱਸ ਦਿਓ। 2 ਦਿਨ ਬਾਅਦ ਮੇਰਾ ਖਿਆਲ ਉਹ ਸੈਚਰਡੇ ਦਾ ਦਿਨ ਸੀਗਾ ਤੇ ਕੁਲਵਿੰਦਰ ਸੰਘੇੜਾ ਹੁਣਾਂ ਦਾ ਫੋਨ ਆ ਗਿਆ ਜੀ, ਕਹਿੰਦੇ ਭਾਜੀ ਪ੍ਰੋਗਰਾਮ ਆਪਾਂ ਲੈ ਲਿਆ ਤੇ ਕੱਲ੍ਹ ਨੂੰ ਰਿਕਾਰਡ ਕਰਨਾ, ਆ ਜਿਓ। ਮੈਂ ਕਿਹਾ ਮੈਂ ਕੀ ਕਰਨਾ? ਕਹਿੰਦੇ ਕੋਈ ਨਹੀਂ ਆ ਜਿਓ, ਫਿਰ ਦੇਖਾਂਗੇ, ਤੁਸੀਂ ਟਾਈ ਲਾ ਕੇ ਆ ਜਿਓ। ਇੱਥੋਂ ਸ਼ੁਰੂ ਹੁੰਦੀ ਹੈ ਜੀ ਦੇਸ਼ ਪ੍ਰਦੇਸ਼ ਟੈਲੀਵਿਜ਼ਨ ਪ੍ਰੋਗਰਾਮ ਦੀ। ਬਾਕੀ ਕੁਲਵਿੰਦਰ ਸਿੰਘ ਸੰਘੇੜਾ ਹੁਣਾਂ ਦੇ ਸੁਪਨਿਆਂ ਦੀ ਗੱਲ ਕਰੀਏ ਤੇ ਉਹਨਾਂ ਦਾ ਵਿਜ਼ਨ ਕੀ ਸੀ, ਦੇਖੋ ਆ ਕੇ ਸ਼ੁਰੂਆਤ ਉਹਨਾਂ ਨੇ ਵੀ ਕਿਸ ਤਰ੍ਹਾਂ ਪਹਿਲਾਂ ਇੰਟੀਰੀਅਰ ਦੇ ਵਿੱਚ ਗਏ, ਲੇਬਰ ਕੀਤੀ, ਫਿਰ ਇੱਥੇ ਆ ਕੇ ਵੀ ਫਾਰਮਾਂ 'ਚ ਕੰਮ ਕਰਦੇ, ਨਾਲ ਦੀ ਨਾਲ ਪੜ੍ਹਾਈ ਵੀ ਕਰਦੇ ਰਹੇ। ਇਲੈਕਟ੍ਰੋਨਿਕਸ ਦੀ ਡਿਗਰੀ ਉਹਨਾਂ ਨੇ ਕੀਤੀ ਤੇ ਉਹਨਾਂ ਨੇ ਫਿਰ ਦੇਖ ਲਓ ਰਵੀ ਵੀਡੀਓ ਸਟੋਰ ਖੋਲ੍ਹਿਆ। ਫਿਰ ਉਸ ਤੋਂ ਬਾਅਦ ਮਿਊਜ਼ਿਕ ਵੇਵਜ਼ ਕੰਪਨੀ ਲਾਂਚ ਕੀਤੀ, ਜਿਸ ਦੇ ਵਿੱਚ CDs ਟੇਪਸ, ਉਦੋਂ ਪਹਿਲਾਂ ਤਾਂ ਟੇਪਾਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ CDs ਆਈਆਂ। ਫਿਰ ਪ੍ਰਮੋਟਰ ਦੇ ਤੌਰ ਤੇ ਸ਼ੋਜ਼ ਵੀ ਕਰਨੇ ਸ਼ੁਰੂ ਕੀਤੇ। ਬੜਾ ਲੰਬਾ ਦੌਰ ਹੈ ਜੀ, ਉਹਦੇ ਵਿੱਚ ਵੀ ਬਹੁਤ ਚੁਣੌਤੀਆਂ ਆਈਆਂ ਤੇ ਟੈਕਨੋਲੋਜੀ ਚੇਂਜ ਹੁੰਦੀ ਗਈ ਤੇ ਫਿਰ ਦੇਸ਼ ਪ੍ਰਦੇਸ਼ ਟੈਲੀਵਿਜ਼ਨ ਪ੍ਰੋਗਰਾਮ ਦਾ ਆਉਣਾ, ਔਰ ਇਹਨੂੰ ਹੌਲੀ ਹੌਲੀ ਫੇਲ ਹੋਏ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਸਟੈਪ ਬਾਈ ਸਟੈਪ ਲੈ ਕੇ ਆਉਣਾ। ਤੇ 95 ਦੇ ਵਿੱਚ ਇਸ ਸੈਪਟੈਂਬਰ ਦੇ ਵਿੱਚ ਸ਼ੁਰੂ ਕੀਤਾ ਸੀ ਜੀ ਪ੍ਰੋਗਰਾਮ, ਜਿਹੜਾ ਪਹਿਲਾ ਪ੍ਰੋਗਰਾਮ ਮਿਊਜ਼ਿਕ ਵੇਵਜ਼ ਦੇ ਅੰਡਰ ਸ਼ੁਰੂ ਕੀਤਾ 95 ਦੇ ਸੈਪਟੈਂਬਰ ਮਹੀਨੇ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਵੀਕਐਂਡ 'ਤੇ ਮੈਂ ਆ ਕੇ ਜੀ, ਕਿਉਂਕਿ ਉੱਧਰ ਵੀ ਕੰਮ ਬਹੁਤ ਬਿਜ਼ੀ ਹੁੰਦਾ ਸੀ, ਇਲੈਕਟ੍ਰੀਕਲ ਦਾ ਕੰਮ ਕਰਦੇ ਹੁੰਦੇ ਸੀ, ਵੀਕਐਂਡ 'ਤੇ ਆ ਕੇ ਮੈਂ ਹੋਸਟਿੰਗ ਕਰ ਦੇਣੀ। ਹਰਵਿੰਦਰ ਬੈਂਸ ਹੋਣੀ ਕੈਮਰਾਮੈਨ ਹੁੰਦੇ ਸੀ, ਉਹਨਾਂ ਨੇ ਐਡਿਟ ਕਰਕੇ ਪ੍ਰੋਗਰਾਮ ਭੇਜਣਾ। ਅਤੇ ਇੱਕ ਮੇਰਾ ਸੁਪਨਾ ਰਿਹਾ ਜੀ ਉਸ ਵੇਲੇ, ਕਈ ਵਾਰੀ ਜਦ ਪ੍ਰੋਗਰਾਮ ਚੱਲਦਾ ਹੋਣਾ, ਕਿ ਜੇ ਮੈਨੂੰ ਐਡੀਟਿੰਗ ਆਉਂਦੀ ਹੋਵੇ ਤਾਂ ਫਿਰ ਮੈਂ ਬਣਾ ਕੇ ਦੱਸਾਂ ਪ੍ਰੋਗਰਾਮ ਕਿੱਦਾਂ ਬਣਦਾ ਹੁੰਦਾ ਹੌਲੀ ਹੌਲੀ। ਤੇ 99 ਦੇ ਵਿੱਚ ਫਿਰ ਇੱਕ ਪਾਸਾ ਕਰ ਲਿਆ ਜੀ, ਕੁਲਵਿੰਦਰ ਸੰਘੇੜਾ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਜੇ ਤਾਂ ਪ੍ਰੋਗਰਾਮ ਕਰਨਾ ਫਿਰ ਇੱਦਾਂ ਹੁਣ ਦੋਵੇਂ ਪਾਸੇ ਤਾਂ ਮੈਨੂੰ ਬਹੁਤ ਮੁਸ਼ਕਿਲ ਹੈ, ਵੀ ਜੇ ਤਾਂ ਫੁੱਲ ਟਾਈਮ ਇੱਧਰ ਆ ਕੇ ਇਹਦੇ 'ਤੇ ਟਾਈਮ ਲਾਇਆ ਜਾਵੇ ਤਾਂ ਇਸ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ। ਤੇ ਦਾਦ ਦੇਣੀ ਬਣਦੀ ਜੀ ਕੁਲਵਿੰਦਰ ਸਿੰਘ ਸੰਘੇੜਾ ਉਹਨਾਂ ਦੀ। ਉਹਨਾਂ ਨੇ ਉਸ ਵੇਲੇ ਰਿਸਕ ਲਿਆ। ਮੈਂ ਸਰਟੀਫਾਈਡ ਇਲੈਕਟ੍ਰੀਸ਼ੀਅਨ, ਮੈਨੂੰ ਉੱਧਰੋਂ ਜੌਬ ਤੋਂ ਉਠਾ ਕੇ ਇੱਧਰ ਲੈ ਆਉਣਾ, ਇਹ ਵਿਜ਼ਨ ਰੱਖ ਕੇ ਕਿ ਅਸੀਂ ਕੋਈ ਨਹੀਂ ਕਾਮਯਾਬ ਹੋ ਜਾਵਾਂਗੇ। ਤੇ ਉਸ ਵੇਲੇ ਸਾਲ 2 ਸਾਲ 3 ਸਾਲ ਤਾਂ ਬਹੁਤ ਔਖਾ ਸੀ, ਤਾਂ ਪਰ ਹੌਲੀ ਹੌਲੀ ਗੱਡੀ ਲੀਹ 'ਤੇ ਆਉਂਦੀ ਗਈ ਜੀ। 99 ਦੇ ਵਿੱਚ ਫਿਰ ਮੈਂ ਉੱਧਰੋਂ ਜੌਬ ਛੱਡ ਕੇ ਇੱਧਰ ਫਿਰ ਹਿੱਟ ਪ੍ਰੋਗਰਾਮ ਸਾਬਤ ਹੋਇਆ, ਜਿਹੜਾ ਸਾਰੇ ਕੈਨੇਡਾ 'ਚ ਵੇਖਿਆ ਜਾਂਦਾ ਰਿਹਾ। ਅੱਧੇ ਘੰਟੇ ਦਾ ਹੁੰਦਾ ਸੀ ਪਹਿਲਾਂ ਅੱਧੇ ਘੰਟੇ ਦਾ ਸੀ, ਫਿਰ ਘੰਟੇ ਦਾ ਕਰ ਦਿੱਤਾ। ਔਰ ਦੇਸ਼ ਪੰਜਾਬ ਪ੍ਰੋਗਰਾਮ ਜਦ ਤੁਸੀਂ ਆਏ ਆ 1998 ਦੇ ਵਿੱਚ ਮੈਂ ਰੇਡੀਓ ਪੰਜਾਬ 'ਤੇ ਕੰਮ ਕਰਦਾ ਸੀ ਜੀ। ਉਦੋਂ ਮੈਨੂੰ ਜਦੋਂ ਪੇਸ਼ਕਸ਼ ਹੋਈ ਤਾਂ ਦੇਸ਼ ਪੰਜਾਬ ਪਹਿਲਾਂ ਸੀ ਜੀ, ਮੈਂ ਤੇ ਹਰਵਿੰਦਰ ਬੈਂਸ ਅਸੀਂ ਨਿਕਲਦੇ 3 ਟੰਗੀ ਲੈ ਕੇ ਤੇ ਕੈਮਰੇ ਲੈ ਕੇ ਬਾਹਰ ਜਾ ਕੇ ਅਸੀਂ ਪ੍ਰੋਗਰਾਮ ਬਣਾ ਕੇ ਲਿਆਉਂਦੇ, ਇੰਟਰਵਿਊਜ਼ ਵਗੈਰਾ। ਫਿਰ ਫੁਲਕਾਰੀ ਪ੍ਰੋਗਰਾਮ ਆਇਆ, ਫੁਲਕਾਰੀ ਪ੍ਰੋਗਰਾਮ ਦੇ ਵਿੱਚ ਇੱਕ ਸੈਗਮੈਂਟ ਬਣਾਉਣਾ ਤੇ ਨਾਲ ਦੀ ਨਾਲ ਵਟਸ ਨਿਊ ਇਨ ਦਾ ਕਮਿਊਨਿਟੀ, ਇਸ ਕਿਸਮ ਦੇ ਪ੍ਰੋਗਰਾਮ ਚੱਲਦੇ ਰਹੇ। ਫਿਰ ਫਾਈਨਲੀ ਦੇਸ਼ ਪ੍ਰਦੇਸ਼ ਦੇ ਵਿੱਚ ਸੈਗਮੈਂਟ ਆਪਾਂ ਸਟਾਰਟ ਕਰ ਦਿੱਤਾ, ਜਾਂ ਕੁਛ ਇੰਟਰਵਿਊਜ਼ ਪਹਿਲਾਂ ਸ਼ਾਮਿਲ ਕੀਤੀਆਂ। ਉਦੋਂ ਇੰਟਰਵਿਊਜ਼ ਜਿਹੜੀਆਂ ਸੀ ਆਮ ਤੌਰ 'ਤੇ ਪੋਲੀਟੀਕਲ ਇੰਟਰਵਿਊ ਬਹੁਤ ਘੱਟ ਪੰਜਾਬੀ ਮੀਡੀਆ 'ਚ ਹੋਇਆ ਕਰਦੀਆਂ ਸੀ।
ਫਿਰ ਉਹ ਇੰਟਰਵਿਊਜ਼ ਦੇ ਵਿੱਚ ਕਾਫੀ ਲੋਕ ਆਉਣੇ ਸ਼ੁਰੂ ਹੋ ਗਏ। ਬਹੁਤ ਸਹੂਲਤਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਪਹਿਲੀਆਂ ਸੀਗੀਆਂ, ਉਹਨਾਂ ਉਦੋਂ ਪ੍ਰੋਗਰਾਮਾਂ 'ਚ ਤੁਸੀਂ ਉਹ ਲੀਡਰ ਹੋਇਆ ਕਰਦੇ ਸੀ। ਸਿਰਫ BC ਦੇ ਲੈਵਲ ਤੇ ਨਹੀਂ, ਸਗੋਂ ਈਵਨ ਫੈਡਰਲ ਲੈਵਲ ਤੇ ਵੀ ਕੋਈ ਮੇਜਰ ਇਸ਼ੂਜ਼ ਉੱਠੇ, ਉਹ ਆਪਾਂ ਦੇਸ਼ ਪ੍ਰਦੇਸ਼ ਰਾਹੀਂ ਸਾਰਿਆਂ ਨੂੰ ਦਿਖਾਏ। ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਦਵਾ ਕੀ ਦਰਦ ਵੱਧਦਾ ਗਿਆ, ਉਸ ਤੋਂ ਬਾਅਦ ਮੇਰਾ ਖਿਆਲ ਹੈ ਜੀ ਦੁਨੀਆ ਭਰ ਦੇ ਵਿੱਚੋਂ ਜੇ ਦੇਖੀਏ, ਭਾਰਤ ਦੇ ਵਿੱਚੋਂ ਦੇਖੀਏ, ਪੰਜਾਬ ਦੇ ਵਿੱਚੋਂ ਦੇਖੀਏ, ਜਾਂ ਹੋਰ ਜਿੱਥੇ ਵੀ ਆਪਣੀ ਕਮਿਊਨਿਟੀ ਵਸੀ ਹੋਈ ਹੈ, ਉੱਥੇ ਦੇ ਸਰਗਰਮ ਕਮਿਊਨਿਟੀ ਦੇ ਆਗੂ ਜਾਂ ਲੀਡਰ ਹੋਣਗੇ ਜਿਨ੍ਹਾਂ ਨੇ ਕਦੇ ਵੀ ਇਹ ਇੱਛਾ ਨਾ ਪ੍ਰਗਟਾਈ ਹੋਵੇ ਕਿ ਸਾਨੂੰ ਵੀ ਹਰਜਿੰਦਰ ਸਿੰਘ ਥਿੰਦ ਉਹਨਾਂ ਦੇ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲੇ। ਨੇੜਵਾਲ ਸਾਹਿਬ, ਉਦੋਂ ਜਦੋਂ ਵੀ ਕੋਈ ਲੀਡਰ ਪੰਜਾਬ ਤੋਂ ਆਉਂਦੇ ਸੀ, ਉਹ ਇੱਥੇ ਆ ਕੇ ਉਹਨਾਂ ਦਾ ਪਹਿਲਾਂ ਪ੍ਰੋਗਰਾਮ ਬਣਾਇਆ ਹੁੰਦਾ ਸੀ ਵੀ ਅਸੀਂ ਦੇਸ਼ ਪ੍ਰਦੇਸ਼ ਪ੍ਰੋਗਰਾਮ 'ਚ ਵੀ ਜਾਣਾ ਤੇ ਅਸੀਂ ਇੰਟਰਵਿਊ ਦੇਣੀ ਹੈ। ਫਿਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੱਕ ਪਾਲ ਮਾਰਟਨ ਸਾਹਿਬ ਵੀ ਪਹਿਲਾਂ ਜਸਟਿਨ ਟਰੂਡੋ ਹੋਰਾਂ ਨਾਲ ਵੀ। ਸੋ ਇਹ ਪ੍ਰੋਗਰਾਮ ਦੇ ਵਿੱਚ ਤੁਹਾਡਾ ਹੰਗਾਰਾ ਰਿਹਾ, ਇਸ ਕਰਕੇ ਪ੍ਰੋਗਰਾਮ ਦੀ ਜਿਹੜੀ ਕਾਮਯਾਬੀ ਸੀ ਉਹ ਦਿਨ ਬ ਦਿਨ ਵੱਧਦੀ ਚਲੀ ਗਈ ਔਰ ਤੁਸੀਂ ਉਹ ਸੈਗਮੈਂਟ ਬਹੁਤ ਪਾਪੂਲਰ ਕਰ ਦਿੱਤਾ। ਅਟਵਾਲ ਸਾਹਿਬ ਨੇ ਗੀਤ ਸੰਗੀਤ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਸੀ। ਸੋ ਸਮੁੱਚੇ ਤੌਰ ਦੇ ਉੱਤੇ ਕੈਨੇਡਾ ਦਾ ਜੀ, ਸਾਰੇ ਅਕ੍ਰੋਸ ਕੈਨੇਡਾ, ਵਿਕਟੋਰੀਆ ਤੋਂ ਲੈ ਕੇ ਨਨਵਟ ਤੱਕ ਇਹ ਪ੍ਰੋਗਰਾਮ ਦੇ ਚਰਚੇ ਚੱਲੇ ਨੇ। ਹੁਣ ਇਸ ਵੇਲੇ ਹੁਣ ਮਜਬੂਰੀ ਹੈ ਕਿਉਂਕਿ ਫਾਈਨੈਂਸ਼ੀਅਲੀ ਵਾਇਬਲ ਨਹੀਂ ਗਏ ਇਸ ਤਰ੍ਹਾਂ ਦੇ ਪ੍ਰੋਗਰਾਮ ਹੁਣ ਐਨੀ ਮੋਰ, ਹੁਣ ਚੱਲਣੇ ਨਹੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਚਲਾ ਰਹੇ ਨੇ ਉਹਨਾਂ ਦੇ ਜੀ ਸਦਕੇ, ਪਰ ਦੇਖਦੇ ਹਾਂ ਕਿ ਕਿੰਨਾ ਕੁ ਚਿਰ ਚੱਲ ਸਕਦੇ ਨੇ। ਬਾਕੀ ਕੁਦਰਤ ਦੇ ਘਰ ਦਾ ਭੇਦ ਨਹੀਂ ਜੀ ਹੁੰਦਾ। ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕਿੱਧਰ ਨੂੰ ਜਾਣਾ, ਕੋਈ ਇਸ ਚੀਜ਼ ਦਾ ਸੋਚਿਆ ਵੀ ਨਹੀਂ ਸੀ। ਬਚਪਨ ਦੇ ਵਿੱਚ ਛੋਟੇ ਹੁੰਦੇ ਤੋਂ ਮੈਨੂੰ ਇਹਨਾਂ ਦਾ ਰੇਡੀਓ ਦਾ, ਫਿਰ ਟੇਪਾਂ ਆਈਆਂ, ਉਹਨਾਂ ਦਾ ਬੜਾ ਕਰੇਜ਼ ਹੁੰਦਾ ਸੀ। ਫਿਰ TV ਆਇਆ ਜਾਂ ਫਿਰ ਫਿਲਮਾਂ ਦੀ ਬੜੀ ਹੈਰਾਨੀ ਹੁੰਦੀ ਸੀ ਜੀ, ਮਨ ਦੇ ਵਿੱਚ ਬੜੀ ਗੁਦਗੁਦੀ ਹੁੰਦੀ ਸੀ ਕਿ ਕਦੀ ਇਹਨਾਂ ਨੂੰ ਨੇੜਿਓਂ ਹੋ ਕੇ ਦੇਖਣ ਦਾ, ਜਾਂ ਰੇਡੀਓ ਸਟੇਸ਼ਨ 'ਤੇ ਜਾਣ ਦਾ, ਜਾਂ ਕਿਸੇ ਫਿਲਮ ਦੀ ਸ਼ੂਟਿੰਗ ਦੇਖਣ ਦਾ, ਇਹੋ ਜਿਹਾ। ਪਰ ਦੇਖ ਲਓ ਕੁਦਰਤ ਨੇ ਜੀ ਕੀ ਵਰਤਾਰਾ ਕੀਤਾ ਕਿ ਸਾਰਾ ਕੁਝ ਆਪਾਂ ਨੂੰ ਇਸ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਇੰਡੀਆ ਦੇ ਵਿੱਚ ਮੈਂ ਟੈਲੀਫੋਨ ਡਿਪਾਰਟਮੈਂਟ ਦੇ ਵਿੱਚ ਸੀ, ਇੱਥੇ ਆ ਕੇ ਇਲੈਕਟ੍ਰੀਸ਼ੀਅਨ ਦਾ ਕੰਮ, ਤੇ ਅਚਨਚੇਤ ਜਿਹੜਾ ਇਸ ਲਾਈਨ ਦੇ ਨਾਲ ਜੁੜਨਾ। ਸੈਨ ਸਾਹਿਬ, ਤੁਸੀਂ ਵੀ ਇੰਡੀਆ ਦੇ ਵਿੱਚ ਲਾ ਕੀਤਾ, ਫਿਰ ਤੁਸੀਂ ਕਿਹੜੇ ਸਾਲ 'ਚ ਆਏ ਸੀ ਕੈਨੇਡਾ? ਮੈਂ ਲਾ ਕਰਨ ਤੋਂ ਬਾਅਦ ਜੀ ਅਸੀਂ ਪ੍ਰੈਕਟਿਸ ਕਰਨ ਦੇ ਮੂਡ ਕੋਰਟਸ ਤੋਂ ਲੈ ਕੇ ਰੀਅਲ ਕੋਰਟਸ ਤੱਕ, ਫਿਰ ਇੱਥੇ ਜਦੋਂ ਮੈਂ ਆਇਆ 70s ਦੇ ਵਿੱਚ, ਉਦੋਂ ਮੈਂ ਸਾਮਿਲ 'ਚ ਕੰਮ ਕਰਦਾ ਸੀ। ਫਿਰ ਮੈਂ CP ਰੇਲ 'ਚ ਕੰਮ ਕਰਦਾ ਰਿਹਾ ਔਰ ਉਸ ਤੋਂ ਬਾਅਦ ਮੇਲ ਦੇ ਵਿੱਚ ਕੈਨੇਡਾ ਪੋਸਟ ਜਦੋਂ ਮੈਨੂੰ ਜੌਬ ਮਿਲੀ ਜੀ। ਜਦੋਂ ਇੱਥੇ ਆਏ ਆ ਤਾਂ ਇੱਥੇ ਫਿਰ ਮੈਂ ਪੰਜਾਬੀ ਪ੍ਰੋਫਾਈਲ ਇੱਕ TV ਪ੍ਰੋਗਰਾਮ ਸੀ, ਉਹਦੇ 'ਚ ਮੈਨੂੰ ਆਫਰ ਹੋਈ ਜੌਬ। ਦਰਅਸਲ ਰੇਡੀਓਜ਼ ਤੋਂ ਮੈਨੂੰ ਤਾਂ ਰੇਡੀਓ ਪ੍ਰੋਗਰਾਮ ਕਰਨ ਦਾ ਹੀ ਸ਼ੌਕ ਸੀ। ਰੇਡੀਓ ਇਜ਼ ਮਾਈ ਫਰਸਟ ਲਵ ਹਾਲੇ ਤੱਕ ਵੀ, ਕਿਉਂਕਿ ਦੇਸ਼ ਪ੍ਰਦੇਸ਼ ਦੇ ਵਿੱਚੋਂ ਹੀ ਰੈੱਡ FM ਦਾ ਜਨਮ ਹੈ। ਬਿਲਕੁਲ ਬਿਲਕੁਲ 2005 ਦੇ ਵਿੱਚ, 5-6 ਦੇ ਵਿੱਚ ਆ। ਹੁਣ ਇਸ ਪ੍ਰੋਗਰਾਮ ਦੀ ਕ੍ਰੈਡੀਬਿਲਿਟੀ ਔਰ CRTC ਦੇ ਵਿੱਚ ਰੈਕਡ, ਕੈਨੇਡਾ ਭਰ ਦੇ ਆਪਣੀ ਕਮਿਊਨਿਟੀ ਦੇ ਲੋਕਾਂ ਦਾ ਜੁੜਨਾ, ਇਹਦੀ ਐਪਲੀਕੇਸ਼ਨ ਦੇ ਵਿੱਚ ਉਹਨਾਂ ਦੀ ਸਪੋਰਟ ਜਿਹੜੀ ਬਹੁਤ ਕੰਮ ਆਈ ਜੀ। ਬਿਲਕੁਲ ਦੇਸ਼ ਪ੍ਰਦੇਸ਼ ਦੀ ਵਜ੍ਹਾ ਕਰਕੇ ਹੀ ਆਪਣੀ ਜਿਹੜੀ ਕਈ ਕੰਡੀਸ਼ਨਸ ਪੂਰੀਆਂ ਕੀਤੀਆਂ ਰੈੱਡ FM ਲਈ। ਉਹਦਾ ਇੱਕ ਇਹ ਵੀ ਬਹੁਤ ਵੱਡਾ ਕਾਰਨ ਸੀ ਕਿਉਂਕਿ ਥੰਮ ਸੀ ਪ੍ਰੋਗਰਾਮ, ਔਰ ਥੰਮ ਰਿਹਾ ਹੁਣ ਤੱਕ। ਹਾਲੇ ਵੀ ਦੇ ਜਿਹੜੇ ਐਪੀਸੋਡ ਹੈ ਪੁਰਾਣੇ, ਕਈ ਲੋਕਾਂ ਨੇ ਰਿਕਾਰਡ ਕਰਕੇ ਰੱਖੇ ਹੋਏ ਨੇ। ਬਿਲਕੁਲ ਬਿਲਕੁਲ। ਤੇ ਅਸੀਂ ਵਿਜ਼ਨ TV ਦੇ ਵੀ ਬਹੁਤ ਧੰਨਵਾਦੀਆਂ ਜੀ। ਹਮੇਸ਼ਾ ਹੀ ਇਹਨਾਂ ਦੇ ਸਟਾਫ ਨੇ, ਮੈਨੇਜਮੈਂਟ ਨੇ ਦੇਸ਼ ਪ੍ਰਦੇਸ਼ ਨੂੰ, ਇਹਦੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਸਾਨੂੰ ਬਹੁਤ ਸਹਿਯੋਗ ਦਿੱਤਾ। ਤੇ ਗੱਲ ਕਰਨੀ ਬਣਦੀ ਜੀ ਕੁਲਵਿੰਦਰ ਸਿੰਘ ਸੰਘੇੜਾ ਉਹਨਾਂ ਦੀ, ਐਜ਼ ਏ ਹਿਊਮਨ ਬੀਇੰਗ, ਇਮਾਨਦਾਰ, ਮਿਹਨਤਕਸ਼, ਡਾਊਨ ਟੂ ਅਰਥ। ਜਿਸ ਤਰ੍ਹਾਂ ਉਹਨਾਂ ਨੇ ਸੁਪਨੇ ਸਿਰਜੇ ਸੀ ਜੀ, ਪਰਮਾਤਮਾ ਨੇ ਭਾਗ ਲਾਏ ਆ। ਬਿਹਾਈਂਡ ਦਾ ਸੀਨਸ ਰਹੇ ਆ ਜੀ ਆਪਣੇ ਕੈਨੇਡਾ ਭਰ ਦੇ ਵਿੱਚ। ਦੇਸ਼ ਪ੍ਰਦੇਸ਼ ਨੂੰ ਤਾਂ ਲੋਕੀ ਜਾਣਦੇ ਸੀ, ਪਰ ਕਿਉਂਕਿ ਬਿਹਾਈਂਡ ਦਾ ਸੀਨਸ ਪਤਾ ਨਹੀਂ ਹੁੰਦਾ ਜੀ ਪਿੱਛੇ ਕੌਣ ਹੈ ਇਸ ਪ੍ਰੋਗਰਾਮ ਦੇ। ਐਕਚੁਅਲੀ ਇਹ ਪ੍ਰੋਗਰਾਮ ਦੀ ਜਿਹੜੀ ਕਾਮਯਾਬੀ ਹੈ ਉਹ ਇਸ ਕਰਕੇ ਵੀ ਰਹੀ ਕਿਉਂਕਿ ਪਹਿਲੇ ਪ੍ਰੋਗਰਾਮ ਫਾਈਨੈਂਸ਼ੀਅਲੀ ਬੜਾ ਵਾਇਬਲ ਨਹੀਂ ਸੀ ਜੀ। ਈਵਨ ਅਟਵਾਲ ਸਾਹਿਬ ਵੀ, ਮੈਂ ਵੀ ਇਸ ਕਰਕੇ ਕੰਮ ਕਰਦੇ ਰਹੇ ਕਿਉਂਕਿ ਕੁਲਵਿੰਦਰ ਸੰਘੇੜਾ ਬੰਦਾ ਬਹੁਤ ਵਧੀਆ, ਉਹਦੇ ਨਾਲ ਐਸੋਸੀਏਸ਼ਨ ਜ਼ਿਆਦਾ ਸੀ ਜੀ। ਉਸ ਕਰਕੇ ਕੰਮ ਚੱਲਦਾ ਚਲਿਆ ਗਿਆ। ਫਿਰ ਅਖੀਰ ਨੂੰ ਜਦੋਂ ਇਸ ਦੀ ਕਾਮਯਾਬੀ ਆਈ ਫਿਰ ਤਾਂ ਕੋਈ ਤੋਟ ਨਹੀਂ। ਰੈੱਡ FM, ਫਿਰ ਰੈੱਡ FM ਸਰੀ, ਫਿਰ ਕੈਲਗਰੀ, ਫਿਰ ਬਰੈਂਪਟਨ ontario। ਹੁਣ ਦੇਖ ਲਓ ਜੀ ਸੈਂਕੜੇ ਜਿਹੜੇ EMPLOYEES ਜਿਹੜੇ ਕੰਮ ਕਰਦੇ ਹੈਗੇ ਆ। ਪਰ ਸਾਨੂੰ ਅੱਜ ਵੀ ਮਾਣ ਹੈ ਜੀ, ਕੁਲਵਿੰਦਰ ਸਿੰਘ ਸੰਘੇੜਾ ਉਹੀ ਪਰਸਨ ਹੈ ਜੋ Day 1 'ਤੇ ਸੀ, ਔਰ ਅੱਜ ਵੀ ਸਾਨੂੰ ਇਹ ਕੋਈ ਅਹਿਸਾਸ ਨਹੀਂ ਹੈ ਜੀ ਉਹ ਸਾਡਾ ਬੌਸ ਹੈ ਜਾਂ ਅਸੀਂ ਉਹਦੇ ਬੌਸ ਹਾਂ।
ਅੱਜ ਕਈ ਵਾਰੀ ਅਸੀਂ ਵੀ ਕਹਿ ਦਿੰਦੇ ਉਹਨੂੰ ਵੀ ਨਹੀਂ ਇਹ ਠੀਕ ਨਹੀਂ ਹੈਗਾ। ਈਵਨ ਆਮ ਜਿੰਨੇ ਵੀ ਸਾਡੇ EMPLOYEES ਆ ਉਹਨਾਂ ਦੇ ਵਿੱਚ ਕਦੀ ਨਹੀਂ ਉਹਨਾਂ ਨੇ ਇਹ ਸ਼ੋਅ ਹੋਣ ਦਿੱਤਾ ਕਿ ਇਸ ਫੀਲਿੰਗ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ EMPLOYEES ਦੇ ਨਾਲ ਕਿ ਵੀ ਮੈਂ ਬੌਸ ਆ। ਕੁਲਵਿੰਦਰ ਦਾ ਡਾਊਨ ਟੂ ਅਰਥ ਹੋਣਾ ਹੀ ਸ਼ਾਇਦ ਉਸ ਦੀ ਕਾਮਯਾਬੀ ਹੈ। ਕੋਈ ਵੀ ਜੇ ਇਨਸਾਨ ਉਹਨਾਂ ਨੂੰ ਮਿਲਦਾ ਬਾਹਰ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਐਡੀਆਂ ਵੱਡੀਆਂ ਕੰਪਨੀਆਂ ਮਲਟੀਪਲ ਕੰਪਨੀਆਂ ਦਾ ਮਾਲਕ ਹੈਗਾ ਤੇ ਇੰਨੇ ਬੰਦੇ ਇਹਨਾਂ ਨਾਲ ਕੰਮ ਕਰਦੇ ਆ। ਸੋ ਕਾਮਯਾਬੀ ਦਾ ਰਾਜ਼ ਤੇ ਪਰਮਾਤਮਾ ਦੀ ਬਖਸ਼ਿਸ਼ ਇਹ ਸਾਰੇ ਨਿਮਰਤਾ ਬਹੁਤ ਵੱਡੀ ਰੋਲ ਅਦਾ ਕਰਦੀ ਹੈ। ਬਹੁਤ ਸਾਰੇ ਦਰਸ਼ਕ ਪੁੱਛਦੇ ਜੀ ਪ੍ਰੋਫੈਸਰ ਕਸ਼ਮੀਰਾ ਸਿੰਘ ਉਹਨਾਂ ਦੇ ਸੈਗਮੈਂਟਸ ਬਹੁਤ ਵੈਲਿਊਏਬਲ ਹੈਗੇ ਆ ਉਹਨਾਂ ਤੋਂ ਪਰ ਅਸੀਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਦੀਆਂ ਨਾਲ ਗੱਲਾਂ ਬਾਤਾਂ ਫਿਊਚਰ ਸੈਗਮੈਂਟਸ ਵੀ ਜਿਹੜੇ ਅਸੀਂ YouTube ਦੇ ਜਿਹੜੇ ਵਰਜਨ ਦੇ ਵਿੱਚ ਉਹ ਸ਼ਾਮਲ ਕਰਦੇ ਰਹਾਂਗੇ ਜੀ। ਟਵਾਲ ਸਾਹਿਬ ਮੈਂ ਤੁਹਾਨੂੰ ਚਾਹਾਂਗਾ ਕਿ ਤੁਸੀਂ ਘਰੇ ਚਾਲੂ ਰੱਖੋ ਪ੍ਰੋਗਰਾਮ। ਮਿਹਰਬਾਨੀ ਜੀ। ਅੱਜ ਦਾ ਇਹ ਆਖਰੀ ਪ੍ਰੋਗਰਾਮ ਹੈ ਤੇ ਇਸ ਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਸਲਾਮ ਕਰਨਾ ਚਾਹੁੰਦਾ। ਫਿਰ ਵੀ ਤੁਸੀਂ ਸਾਡੇ ਨਾਲ ਰੇਡੀਓ 'ਤੇ ਜਾਂ ਜਿਹੜੇ ਦੂਸਰੇ ਪ੍ਰੋਗਰਾਮ ਹੁਣ ਬਣਾ ਰਹੇ ਨੇ ਡਿਜੀਟਲ ਦੇਸ਼ ਪ੍ਰਦੇਸ਼ ਹੈ ਜਾਂ YouTube ਦੇ ਉੱਤੇ ਫਿਰ ਵੀ ਅਸੀਂ ਜਿੰਨਾ ਵੀ ਕਰ ਸਕਦੇ ਹੋਏ ਕੋਈ ਨਵੀਂ ਇਨਫੋਰਮੇਸ਼ਨ ਹੈ ਜਾਂ ਜਿਹੜੇ ਟੈਲੀਵਿਜ਼ਨ ਦੇ ਅਸੀਂ ਇੰਟਰਵਿਊ ਸੈਗਮੈਂਟ ਪੇਸ਼ ਕਰਦੇ ਸੀ ਉਹਨਾਂ ਦਾ ਛੋਟਾ ਵਰਜ਼ਨ ਹੁਣ ਦੇਸ਼ ਪ੍ਰਦੇਸ਼ TV YouTube ਦੇ ਉੱਤੇ ਜਿਹੜਾ ਤੁਸੀਂ ਵੇਖ ਸਕੋਗੇ। ਬਹੁਤ ਮਿਹਰਬਾਨੀ। ਥੈਂਕ ਯੂ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ ਦੇਸ਼ ਪ੍ਰਦੇਸ਼ ਪ੍ਰੋਗਰਾਮ ਦਾ ਆਰੰਭ 1992 ਦੇ ਵਿੱਚ ਹੋਇਆ ਸੀ ਜਦੋਂ ਬੌਬੀ ਨਾਗਰਾ ਹੁਣੇ ਇਸ ਨੂੰ ਪ੍ਰੋਡਿਊਸ ਕਰਿਆ ਕਰਦੇ ਸਨ ਔਰ ਸਰਬਜੀਤ ਸਰੋਆ ਇਸ ਦੇ ਹੋਸਟ ਸਨ। ਪੇਸ਼ ਕਰਦੇ ਹਾਂ ਉਸ ਸਮੇਂ ਦੀ ਇੱਕ ਯਾਦਗਾਰੀ ਝਲਕ। ਕੈਨੇਡਾ ਭਰ ਦੇ ਦੇਸ਼ ਪ੍ਰਦੇਸ਼ TV ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਰਬਜੀਤ ਦੀ ਸਤਿ ਸ੍ਰੀ ਅਕਾਲ। ਤੇ ਉਸ ਤੋਂ ਬਾਅਦ ਜਿਵੇਂ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ 1995 ਦੇ ਵਿੱਚ ਮਿਊਜ਼ਿਕ ਵੇਵਸ ਵੱਲੋਂ ਕੁਲਵਿੰਦਰ ਸਿੰਘ ਸੰਘੇੜਾ ਸੁਰਿੰਦਰ ਸਿੰਘ ਸੰਘੇੜਾ ਹੁਣਾਂ ਵੱਲੋਂ ਇਸ ਨੂੰ ਟੇਕ ਓਵਰ ਕੀਤਾ ਗਿਆ। ਦੇਸ਼ ਪ੍ਰਦੇਸ਼ ਪ੍ਰੋਗਰਾਮ ਦਾ ਸੰਚਾਲਨ ਸਾਡੀ ਟੀਮ ਵੱਲੋਂ ਸਤੰਬਰ ਦੇ ਵਿੱਚ ਸ਼ੁਰੂ ਕੀਤਾ ਗਿਆ ਜਿਸ ਨੂੰ ਮੈਂ ਹੋਸਟ ਕਰਨਾ ਸ਼ੁਰੂ ਕੀਤਾ। ਸੋ ਉਸ ਸਮੇਂ ਦੇ ਪ੍ਰੋਗਰਾਮ ਦੇ ਵਿੱਚੋਂ ਅਤੇ ਬਾਕੀ ਵੱਖ-ਵੱਖ ਸਮਿਆਂ ਤੇ ਪੇਸ਼ ਕੀਤੇ ਪ੍ਰੋਗਰਾਮਾਂ ਦੇ ਵਿੱਚੋਂ ਕੁਝ ਯਾਦਗਾਰੀ ਝਲਕੀਆਂ ਹਾਜ਼ਰ ਨੇ। ਇਹ ਪ੍ਰੋਗਰਾਮ ਅਤੇ ਵਿਜ਼ਨ TV ਦੇ ਉੱਤੇ ਕਿਸ ਤਰ੍ਹਾਂ ਸ਼ੁਰੂ ਹੁੰਦੇ ਸਨ ਪ੍ਰੋਗਰਾਮ ਉਸ ਦੀ ਵੀ ਝਲਕ ਤੁਹਾਨੂੰ ਵੇਖਣ ਨੂੰ ਮਿਲੇਗੀ। The preceding was a presentation of the Evangel Temple. You are tuned to Vision's Saturday Mosaic, paid time programming from a variety of faith groups and broadcast ministries. The following is a presentation of Awazi Punjab. ਸਤਿ ਸ੍ਰੀ ਅਕਾਲ। 5:30 ਵੱਜ ਚੁੱਕੇ ਹਨ ਅਤੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਬਲਜਿੰਦਰ ਸਿੰਘ ਅਟਵਾਲ ਵੱਲੋਂ ਆਪ ਸਭ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਫਿਰ ਇੱਕ ਰੰਗਾਰੰਗ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਬਦ ਗੁਰਬਾਣੀ ਅਤੇ ਉਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਊਜ਼ਿਕ ਵੇਵਸ ਵਾਲੇ ਭੰਗੜਾ ਐਕਸਪਲੋਜ਼ਨ 97 ਤੁਹਾਡੀ ਸੇਵਾ ਦੇ ਵਿੱਚ ਲਿਆ ਰਹੇ ਹਨ ਜਿਸ ਦੇ ਵਿੱਚੋਂ ਪਹਿਲਾ ਸ਼ੋਅ ਜੋ ਹੈ 28 ਦਸੰਬਰ ਨੂੰ ਰਾਤ ਨੂੰ ਵਿਕਟੋਰੀਆ ਦੇ ਵਿੱਚ ਹੋਵੇਗਾ ਜਿਸ ਦੀ ਜ਼ਿਆਦਾ ਜਾਣਕਾਰੀ ਤੁਸੀਂ
ਇੰਡੀਆ ਵੀਡੀਓ ਤੋਂ ਲੈ ਸਕਦੇ ਹੋ। ਅਤੇ ਜੋ ਸ਼ੋਅ 29 ਦਸੰਬਰ ਰਾਤ ਨੂੰ ਹੋ ਰਿਹਾ ਹੈ ਵੈਨਕੂਵਰ ਦੇ ਵਿੱਚ, ਉਹ ਇੱਕ ਓਪਨ ਡਾਂਸ ਦਾ ਪ੍ਰੋਗਰਾਮ ਹੋਵੇਗਾ। ਅਤੇ ਨਿਊ ਈਅਰ ਈਵ ਤੇ 31 ਦਸੰਬਰ ਦੀ ਰਾਤ ਨੂੰ ਇੱਕ ਫੈਮਿਲੀ ਸ਼ੋਅ ਹੋਵੇਗਾ ਜੋ ਰਿਚਮੰਡ ਦੇ ਵਿੱਚ ਹੋਵੇਗਾ। ਜਿਸ ਦੀ ਜ਼ਿਆਦਾ ਜਾਣਕਾਰੀ ਤੁਸੀਂ ਸਾਨੂੰ ਫੋਨ ਕਰਕੇ ਲੈ ਸਕਦੇ ਹੋ। ਸਾਡਾ ਫੋਨ ਨੰਬਰ ਹੈ 6045996962। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸ਼ਬਦ ਗੁਰਬਾਣੀ ਦੇ ਨਾਲ। ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਲਜਿੰਦਰ ਸਿੰਘ ਅਟਵਾਲ ਵੱਲੋਂ ਸਤਿ ਸ੍ਰੀ ਅਕਾਲ ਅਤੇ ਸਮੂਹ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 526ਵੇਂ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜੋ ਕਿ 7 ਨਵੰਬਰ ਦਿਨ ਮੰਗਲਵਾਰ ਨੂੰ ਹੈ, ਅਸੀਂ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਰਾਹੀਂ ਮਨਾ ਰਹੇ ਹਾਂ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜੋ ਕਿ ਅਸੀਂ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਕੀਤਾ ਹੈ, ਰਵੀ ਵੀਡੀਓ ਦੀਆਂ ਸਰੀ ਵਿਖੇ ਦੋਨਾਂ ਲੋਕੇਸ਼ਨਾਂ ਵੱਲੋਂ ਸਪਾਂਸਰਡ ਪ੍ਰੋਗਰਾਮ ਹੈ। ਅਤੇ ਮਿਹਰਬਾਨੀ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿਓ ਕਿ ਇਹ ਸਾਡਾ ਵਿਸ਼ੇਸ਼ ਪ੍ਰੋਗਰਾਮ ਇਸ ਵੇਲੇ ਵਿਜ਼ਨ ਟੀਵੀ ਤੋਂ ਆ ਰਿਹਾ ਹੈ, ਬਲਕਿ ਆਪਣੇ ਬੱਚਿਆਂ ਨੂੰ ਵੀ ਇਹ ਪ੍ਰੋਗਰਾਮ ਜ਼ਰੂਰ ਦਿਖਾਉਣਾ। ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਵਿਸ਼ਵ ਪ੍ਰਸਿੱਧ ਅਤੇ ਬੇਮਿਸਾਲ ਆਵਾਜ਼ ਲਤਾ ਮੰਗੇਸ਼ਕਰ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਵਿੱਚ ਗਾਏ ਹੋਏ ਇਸ ਸ਼ਬਦ ਦੇ ਨਾਲ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਸਾਰੇ ਹੀ ਦਰਸ਼ਕਾਂ ਨੂੰ ਬਲਜਿੰਦਰ ਸਿੰਘ ਅਟਵਾਲ ਵੱਲੋਂ ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਤੇ ਪਰ ਮੈਂ ਨਹੀਂ ਜਾਣੀ ਕਿ ਜਾ ਸਕਿਆ। ਪਰ ਤੁਸੀਂ ਸਲਵਾ ਨੂੰ ਬੜਾ ਗਾਇਆ, ਸਲਮਾ ਦੇ ਗੀਤ ਇੰਨੇ ਗਾਏ ਤੁਹਾਨੂੰ ਸਲਵਾ ਵਾਲਾ ਦੀਦਾਰ ਕਹਿਣ ਲੱਗ ਪਏ। ਸਲਵਾ ਕੌਣ ਕੈਰੈਕਟਰ ਹੈ? ਕੀ ਤੁਹਾਡੇ ਸੁਪਨਿਆਂ ਦੀ ਰਾਣੀ ਸੀ ਜਾਂ ਤੁਹਾਡੀ ਪਹਿਲੀ ਮੁਹੱਬਤ ਸੀ? ਕੌਣ ਕੁੜੀ ਸੀ? सितारों से आगे जहां और भी है। ਨਵੰਬਰ ਸ਼ਨੀਚਰਵਾਰ ਦੀ ਸ਼ਾਮ ਹੈ। ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਸਾਰੇ ਹੀ ਦਰਸ਼ਕਾਂ ਨੂੰ ਬਲਜਿੰਦਰ ਸਿੰਘ ਅਟਵਾਲ ਵੱਲੋਂ ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। 3 ਨਵੰਬਰ ਨੂੰ ਐਤਵਾਰ ਨੂੰ ਸਾਡੇ ਦਰਸ਼ਕਾਂ ਨੇ ਰੈੱਡ FM ਦੀਵਾਲੀ ਧਮਾਕਾ ਦੇ ਵਿੱਚ ਪਰਿਵਾਰਾਂ ਸਮੇਤ ਪਹੁੰਚ ਕੇ ਦੀਵਾਲੀ ਦਾ ਆਨੰਦ ਮਾਣਿਆ। ਲਾਈਵ ਇਨ ਕਨਸਰਟ ਪੇਸ਼ ਕੀਤਾ ਗਿਆ। ਬੜੇ ਧੂਮ-ਧਾਮ ਦੇ ਨਾਲ ਦੀਵਾਲੀ ਮਨਾਈ ਗਈ, ਜਿਸ ਦੇ ਵਿੱਚ ਲੋਕਲ ਟੈਲੈਂਟ ਨੇ ਭੰਗੜਾ ਅਤੇ ਗੀਤ ਸੰਗੀਤ ਪੇਸ਼ ਕੀਤਾ। ਉੱਥੇ ਇੰਗਲੈਂਡ ਤੋਂ 골ਡਨ ਸਟਾਰ ਮਲਕੀਤ ਸਿੰਘ ਹੋਣਾ ਨੇ ਤਕਰੀਬਨ 2 ਘੰਟੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੰਤਰਮੁਗਧ ਕੀਤਾ ਔਰ ਡਰਾ ਵੀ ਕੱਢਿਆ ਗਿਆ $5000 ਦਾ, ਜਿਸ ਦੇ ਵਿੱਚ ਹਰਜੀਤ ਸਿੰਘ ਹੋਣੀ ਜੇਤੂ ਰਹੇ। ਅਸੀਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ। ਉਹ ਦੁਨੀਆ 'ਚ ਲੋਕੀ ਥਾਵੇਂ ਬਸਦੇ ਨੇ ਲੱਖਾਂ, ਦੁਨੀਆ 'ਚ ਲੋਕੀ ਥਾਵੇਂ ਬਸਦੇ ਨੇ ਲੱਖਾਂ, ਲੱਖਾਂ 'ਚ ਪਛਾਣੇ ਕੱਲੇ ਹੋਏ ਪੰਜਾਬੀ
ਦੋਸਤੋ, ਇਹਨਾਂ ਅਨਮੋਲ ਯਾਦਾਂ ਦੇ ਨਾਲ ਹੀ ਵਿਜ਼ਨ ਟੀਵੀ ਤੋਂ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਦਾ ਸਫ਼ਰ ਖਤਮ ਹੋਣ ਜਾ ਰਿਹਾ ਹੈ, ਪਰ YouTube ਤੇ ਹਾਜ਼ਰੀ ਲਵਾਉਂਦੇ ਰਹਾਂਗੇ। ਇਹ ਲੋਗੋ ਦੇਖ ਕੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਬਾਕੀ ਤੁਸੀਂ ਫਿਲਮਾਂ ਦੇ ਵਿੱਚ ਕੀਤੇ ਕੰਮ ਵੀ ਪਸੰਦ ਕੀਤੇ, ਜੀ ਆਇਆਂ ਨੂੰ, ਜਗ ਜਿਉਂਦਿਆਂ ਦੇ ਮੇਲੇ, ਯਾਰਾ ਉਹ ਦਿਲਦਾਰਾ, ਪੁਲਿਸ ਇਨ ਬਾਲੀਵੁੱਡ, ਸਰਵਣ, ਅਰਦਾਸ ਕਰਾਂ ਤੋਂ ਬਾਅਦ ਹੁਣ ਹੌਸਲਾ ਰੱਖ ਦੇ ਵਿੱਚ ਵੀ ਜੋ ਤੁਸੀਂ ਕੰਮ ਪਸੰਦ ਕੀਤਾ, ਕੰਮ ਕਰਨ ਦਾ ਮੌਕਾ ਮਿਲਿਆ, ਆਪ ਸਭ ਵੱਲੋਂ ਮਿਲੇ ਪਿਆਰ ਲਈ ਅਸੀਂ ਆਪ ਸਭ ਦੇ ਰੋਮ ਰੋਮ ਧੰਨਵਾਦੀ ਹਾਂ। ਦੇਸ਼ ਪ੍ਰਦੇਸ਼ ਪ੍ਰੋਗਰਾਮ ਦਾ ਸਫ਼ਰ ਇੱਥੇ ਹੀ ਖਤਮ ਕਰਦੇ ਹਾਂ। ਬਲਜਿੰਦਰ ਸਿੰਘ ਅਟਵਾਲ ਨੂੰ ਅਤੇ ਦੇਸ਼ ਪ੍ਰਦੇਸ਼ ਦੀ ਸਮੁੱਚੀ ਟੀਮ ਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਹੁਣ ਸਾਨੂੰ ਇੱਥੇ ਹੀ ਇਜਾਜ਼ਤ ਦਿਓ। ਅਗਲੇ ਹਫਤੇ ਇਸੇ ਟਾਈਮ ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ੍ਰੀ ਅਕਾਲ। ਗੱਲਾਂ ਹੋਣਗੀਆਂ ਜਦੋਂ ਕਿਤੇ ਮੇਰੀਆਂ ਅੱਖਾਂ ਫੁੱਟ ਫੁੱਟ ਰੋਣਗੀਆਂ ਤੇਰੀਆਂ।